ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਦਰਸ਼ਕੋ। ਮੈਂ ਤੁਹਾਡਾ ਗੁਰਲਾਲ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲਾ ਕੇ ਜਸ ਪੰਜਾਬੀ ਦੇ ਮੰਚ ਤੋਂ। ਦਰਸ਼ਕੋ, ਖਬਰਾਂ ਤਾਂ ਚੱਲ ਹੀ ਰਹੀਆਂ ਨੇ ਇੱਧਰ ਉੱਧਰ। ਆਪਾਂ ਪ੍ਰੋਗਰਾਮ ਜਿਹੜਾ ਬੜੀ ਡਿਮਾਂਡ ਵੀ ਆਈ ਸੀ, ਕਈ ਗੱਲਾਂ ਬਾਈ ਬੰਦਿਆਂ ਦੀ, ਦੋ ਤਿੰਨਾਂ ਦੀ ਕਾਲਾਂ ਵੀ ਆਈਆਂ ਸੀਗੀਆਂ ਕਿ ਜਿਹੜਾ ਵਾਈਸ ਚਾਂਸਲਰ ਦਾ ਰੌਲਾ ਪਿਆ ਉੱਥੇ PIU ਅਤੇ ਫਰੀਦਕੋਟ ਯੂਨੀਵਰਸਿਟੀ ਜਿਹੜੀ ਹੈਗੀ ਉਹਦਾ ਗਵਰਨਰ ਸਾਹਿਬ ਪੰਜਾਬ ਦੇ ਜਿਹੜੇ ਮਾਣਯੋਗ ਗਵਰਨਰ ਸਾਹਿਬ ਨੇ ਬਨਵਾਰੀ ਲਾਲ ਪ੍ਰੋਹਿਤ ਜੀ, ਉਹਨਾਂ ਵੱਲੋਂ ਜਿਹੜਾ ਕਿ ਉਹਨਾਂ ਦੀ ਜਿਹੜੀ ਅਪੋਇੰਟਮੈਂਟ ਹੈ ਉਹਦੇ ਉੱਤੇ ਕੁਐਸਚਨ ਚੁੱਕੇ ਜਾਣੇ ਜਾਂ ਕੈਂਸਲੇਸ਼ਨ ਕੀਤੀ ਜਾਣੀ। ਉਸ ਤੋਂ ਬਾਅਦ ਲੋਕਾਂ ਦਾ ਜਿਹੜਾ ਪ੍ਰਤੀਕਿਰਿਆਵਾਂ ਆਉਣੀਆਂ ਕਿ ਇਹ ਸਹੀ ਹੈ ਜਾਂ ਗਲਤ ਹੈ। ਉਸ ਤੋਂ ਬਾਅਦ ਕਈ ਲੋਕਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਜਿਹੜੀ ਭਗਵੰਤ ਮਾਨ ਸਰਕਾਰ ਹੈ ਅਤੇ ਗਵਰਨਰ ਦੇ ਵਿੱਚ ਟਕਰਾਵ ਚੱਲ ਰਿਹਾ ਹੈ ਕੁਝ ਹੋਰ ਕਾਰਨਾਂ ਕਰਕੇ, ਤੋਂ ਜਿਹੜੀ ਕਿਹੜੇ ਇੱਧਰੋਂ ਕੱਢੀ ਜਾ ਰਹੀ ਹੈ। ਅਗੇਨ ਆਪਾਂ ਨੂੰ ਨਹੀਂ ਪਤਾ ਸੱਚਾਈ ਕੀ ਹੈ, ਪਰ ਇਹ ਅਪੋਇੰਟਮੈਂਟਸ UGC ਕਰਦੀ ਹੈ ਜਾਂ ਕੋਈ ਹੋਰ ਕਰਦਾ ਹੈ। UGC ਕਹਿਣ ਦਾ ਮਤਲਬ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਕਰਦਾ ਹੈ ਜਾਂ ਸੈਂਟਰਲ ਗੌਰਮੈਂਟ ਵੱਲੋਂ ਹੁੰਦੀ ਹੈ ਜਾਂ ਫਿਰ ਕੋਈ ਬੋਰਡ ਹੁੰਦਾ ਜਿਹੜਾ ਇਹਨਾਂ ਨੂੰ ਅਪੋਇੰਟ ਕਰਦਾ। ਅਤੇ ਉਸ ਤੋਂ ਬਾਅਦ ਕੀ ਕ੍ਰਾਈਟੀਰੀਆਜ਼ ਹੁੰਦੇ ਨੇ ਅਤੇ ਇਹਦੇ ਵਿੱਚ ਗਵਰਨਰ ਸਾਹਿਬ ਦਾ ਕੀ ਲੈਣਾ ਦੇਣਾ ਹੁੰਦਾ ਜਾਂ ਸਟੇਟ ਗੌਰਮੈਂਟ ਦਾ ਕੀ ਲੈਣਾ ਦੇਣਾ ਹੁੰਦਾ। ਇਹ ਸਾਰੀ ਗੱਲ ਸਮਝਾਂਗੇ। ਆਪਣੇ ਨਾਲ ਬਹੁਤ ਹੀ ਸਪੈਸ਼ਲ ਗੈਸਟ ਬਣੇ ਹੋਏ ਨੇ ਜਿਹੜੇ ਕਿ ਲਾਅ ਪੜ੍ਹਾਉਂਦੇ ਰਹੇ ਨੇ ਉੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਜਿਹੜਾ ਕੈਂਪਸ ਜਲੰਧਰ ਵਿੱਚ, ਉੱਥੇ ਵੀ, ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਵੀ, ਅਤੇ ਵਾਈਸ ਚਾਂਸਲਰ ਰਹੇ ਨੇ ਰਾਇਤ ਬਹਾਰਾ ਯੂਨੀਵਰਸਿਟੀ ਮੋਹਾਲੀ ਦੇ ਵਿੱਚ ਡਾਕਟਰ ਜਿਹੜੇ ਆਪਣਾ ਬਣੇ ਦਲਜੀਤ ਸਿੰਘ ਜੀ ਆਪਣੇ ਨਾਲ ਬਣੇ ਹੋਏ ਨੇ ਵਾਈਸ ਚਾਂਸਲਰ ਜਿਹੜੇ ਰਹੇ ਨੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਜਸ ਪੰਜਾਬੀ ਦੇ ਮੰਚ 'ਤੇ। ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਜੀ ਜੀ। ਡਾਕਟਰ ਸਾਹਿਬ ਤੁਸੀਂ ਪਹਿਲਾਂ ਇਹ ਦੱਸੋ ਕਿ ਜਿਹੜਾ ਪਿੱਛੇ ਜੇ ਚੱਲਿਆ ਸੀਗਾ ਦੋ ਯੂਨੀਵਰਸਿਟੀਆਂ ਦੇ PIU ਦਾ ਅਤੇ ਫਰੀਦਕੋਟ ਯੂਨੀਵਰਸਿਟੀ ਦੇ ਜਿਹੜੇ ਵਾਈਸ ਚਾਂਸਲਰ ਜਿਹੜੇ ਲਗਾਏ ਗਏ ਸੀਗੇ, ਉਸ ਤੋਂ ਬਾਅਦ ਗਵਰਨਰ ਸਾਹਿਬ ਨੇ ਉਹਨਾਂ ਦੇ ਉੱਤੇ ਜਿਹੜਾ ਐਕਸ਼ਨ ਲਿਆ ਜਾਂ ਉਸ ਤੋਂ ਬਾਅਦ ਸਟੇਟ ਗੌਰਮੈਂਟ ਦਾ ਟਕਰਾਵ ਚੱਲਦਾ ਰਿਹਾ ਇਹਨਾਂ ਦਾ ਆਪਸ ਵਿੱਚ, ਅਤੇ ਉਹ ਜੇ ਉਹ ਕ੍ਰਾਈਟੀਰੀਆ ਫੋਲੋ ਕੀਤੇ ਗਏ ਹੋਣਗੇ ਏਡੇ ਵੱਡੇ ਪੋਸਟ ਦੇ ਉੱਤੇ ਤਾਂ ਹੀ ਲੱਗੇ ਹੋਣਗੇ, ਫਿਰ ਗਵਰਨਰ ਸਾਹਿਬ ਨੇ ਉਹਦੇ ਉੱਤੇ ਫਿਰ ਇੰਨਾ ਐਕਸ਼ਨ ਕਿਉਂ ਲਿਆ? ਕੀ ਕਹਾਣੀ ਕੀ ਪਹਿਲਾਂ ਤਾਂ ਦੱਸੋ, ਦਰਸ਼ਕਾਂ ਨੂੰ ਪਹਿਲਾਂ ਖੋਲ੍ਹ ਕੇ ਦੱਸੋ ਵੀ ਕਹਾਣੀ ਕੀ ਵਰਤੀ ਹੈ। ਗੁਰਲਾਲ ਜੀ, ਅਸਲ ਦੇ ਵਿੱਚ ਜਿਹੜੇ ਨਵੇਂ ਵਾਈਸ ਚਾਂਸਲਰ ਲਾਏ ਗਏ ਸੀ ਉਹ ਕਾਨੂੰਨ ਹੈ ਉਹਦੇ ਮੁਤਾਬਕ ਲਾਏ ਗਏ ਨੇ ਜੀ, ਲੇਕਿਨ ਗਵਰਨਰ ਸਾਹਿਬ ਨੇ ਇੱਕ ਚਿੱਠੀ ਲਿਖਤੀ 18/10/2022 ਨੂੰ ਟੂ ਚੀਫ ਮਿਨਿਸਟਰ ਜੀ 'ਚ ਉਹਨਾਂ ਨੇ ਕਿਹਾ ਜੀ ਕਿ ਜਿਹੜੇ ਇਹ ਵਾਈਸ ਚਾਂਸਲਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਲਾਏ ਗਏ ਨੇ, ਇਹ ਵਿਦਆਊਟ ਫੋਲੋਇੰਗ ਦਾ ਨੋਰਮਸ ਐਂਡ ਅਪਰੂਵਲ ਆਫ ਦਾ ਚਾਂਸਲਰ। ਔਰ ਚਾਂਸਲਰ ਉਹ ਆਪਣੇ ਆਪ ਨੂੰ ਚਾਂਸਲਰ ਕਹਿ ਰਹੇ ਨੇ, ਔਰ ਗੱਲ ਸਹੀ ਵੀ ਹੈ ਕਿ ਐਕਟ ਦੇ ਵਿੱਚ ਉਹ ਚਾਂਸਲਰ ਨੇ ਗਵਰਨਰ ਆਫ ਪੰਜਾਬ। ਤੇ ਉਹਨਾਂ ਨੇ ਅੱਗੇ ਉਹਨਾਂ ਨੂੰ ਕਹਿਤਾ ਕਿ ਯੂ ਆਰ ਹੇਅਰ ਬਾਈ ਰਿਕੁਐਸਟਡ ਟੂ ਰਿਮੂਵ ਦਾ ਸੈਡ ਵਾਈਸ ਚਾਂਸਲਰ, ਤੇ ਉਹਦੀ ਜਗ੍ਹਾ ਤੁਸੀਂ ਜਿਹੜਾ ਚਾਰਜ ਆ ਉਹ ਐਡਮਿਨਿਸਟ੍ਰੇਟਿਵ ਸੈਕਟਰੀ ਐਗਰੀਕਲਚਰ ਡਿਪਾਰਟਮੈਂਟ ਨੂੰ ਦੇ ਦਿਓ। ਇਹ ਚਿੱਠੀ ਤੋਂ ਬਾਅਦ ਫਿਰ ਚੀਫ ਮਿਨਿਸਟਰ ਖਾਨ ਸਾਹਿਬ ਨੇ ਇਹਦੇ ਜਵਾਬ 'ਚ ਇੱਕ ਚਿੱਠੀ ਲਿਖਤੀ ਉਹਨਾਂ ਨੂੰ ਕਿ ਜੀ ਜਿਹੜੇ ਪਹਿਲਾਂ ਵਾਈਸ ਚਾਂਸਲਰ ਵੀ ਇਸੇ ਤਰੀਕੇ ਨਾਲ ਲੱਗਦੇ ਰਹੇ ਨੇ, ਔਰ ਇਸ ਕਰਕੇ ਇਹ ਵਾਈਸ ਚਾਂਸਲਰ ਦੀ ਨਿਯੁਕਤੀ ਕੀਤੀ। ਗੁਰਲਾਲ ਜੀ, ਅਸਲ 'ਚ ਪੰਗਾ ਕਿੱਥੋਂ ਖੜਾ ਹੁੰਦਾ? ਪੰਗਾ ਇੱਥੋਂ ਖੜਾ ਹੁੰਦਾ ਹੈ ਕਿ ਜੋ ਗਵਰਨਰ ਸਾਹਿਬ ਪਲੀਜ਼ ਲੈ ਰਹੇ ਨੇ ਕਿ ਵਾਈਸ ਚਾਂਸਲਰ ਦੀ ਨਿਯੁਕਤੀ ਚਾਂਸਲਰ ਵੱਲੋਂ ਅਪਰੂਵਲ ਹੋ ਕੇ ਹੁੰਦੀ ਹੈ, ਤੇ UGC ਵੀ ਨੋਰਮਸ ਨੇ ਜਿਹੜੇ ਉੱਤੇ ਰੈਗੂਲੇਸ਼ਨਸ ਬਣਾਏ ਹੋਏ ਨੇ UGC ਨੇ, ਉਹਦੇ ਰੈਗੂਲੇਸ਼ਨ ਦੇ ਵਿੱਚ ਲਿਖਿਆ ਗਿਆ ਹੈ ਕਿ ਜਿਹੜਾ ਵਾਈਸ ਚਾਂਸਲਰ ਲਾਉਣਾ ਉਹ ਚਾਂਸਲਰ ਲਾਏਗਾ, ਔਰ ਉਹਦੇ ਲਈ ਇੱਕ ਸਿਲੈਕਸ਼ਨ ਕਮੇਟੀ ਬਣੇਗੀ, ਔਰ ਸਿਲੈਕਸ਼ਨ ਕਮੇਟੀ 3 ਬੰਦਿਆਂ ਦੇ ਨਾਂ ਰਿਕਮੈਂਡ ਕਰਕੇ ਭੇਜੀ। ਇਹ ਤਾਂ ਹੈ ਹੁਣ ਵਰਸ਼ਨ ਗਵਰਨਰ ਸਾਹਿਬ। ਲੇਕਿਨ ਜਿਹੜੀ ਗਵਰਨਰ ਸਾਹਿਬ ਨੇ ਇੱਕ ਪ੍ਰੈਸ ਨੋਟ ਇਸ਼ੂ ਕੀਤਾ ਸੀ, ਜਿਸ ਦਿਨ ਉਹਨਾਂ ਨੇ ਪ੍ਰੈਸ ਕੀਤੀ, ਮੇਰਾ ਖਿਆਲ ਹੈ ਹਿਸਟਰੀ 'ਚ ਪਹਿਲੀ ਵਾਰੀ ਕਿਸੇ ਗਵਰਨਰ ਸਾਹਿਬ ਨੇ ਪ੍ਰੈਸ ਆਪਣੀ ਕਾਨਫਰੰਸ ਕੀਤੀ ਆਪਣੇ ਰਾਜ ਭਵਨ ਦੇ ਵਿੱਚ, ਤੇ ਉਸ ਦਿਨ ਉਹਨਾਂ ਨੇ ਜੋ ਪ੍ਰੈਸ ਨੋਟ ਇਸ਼ੂ ਕੀਤਾ ਤੇ ਜੋ ਉਹਨਾਂ ਨੇ ਬੋਲਿਆ ਵੀ ਉਹਦੇ 'ਚ ਉਹਨਾਂ ਨੇ ਕਿਹਾ ਕਿ ਜਿਹੜਾ ਸਟੇਟ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਲੱਗਦਾ ਕੋਈ ਵੀ, ਉਹ ਚਾਂਸਲਰ ਦੀ ਅਪਰੂਵਲ ਨਾਲ ਲੱਗਦਾ। ਉਹ ਕਹਿੰਦੇ ਵੀ ਜਦੋਂ ਇਹ ਵਾਈਸ ਚਾਂਸਲਰ ਇੱਦਾਂ ਲੱਗਦਾ ਸਟੇਟ ਯੂਨੀਵਰਸਿਟੀ ਦਾ, ਤੇ ਉਹਦੀ ਅਪਰੂਵਲ ਜਿਹੜੀ ਆ ਕਿੱਥੋਂ ਲੈਣੀ ਚਾਹੀਦੀ ਸੀ ਐਜ਼ ਏ ਚਾਂਸਲਰ, ਔਰ ਉਹ ਰੈਗੂਲੇਸ਼ਨ UGC ਦੇ ਅਨੁਸਾਰ ਵੀ ਰਿਕੁਆਇਰਡ ਹੈਗੀ ਹੈ। ਉਹਨਾਂ ਨੇ ਇੱਕ ਤਾਂ ਜਿਹੜਾ 7 ਰੈਗੂਲੇਸ਼ਨ ਹੈ 2018 ਦਾ UGC ਦਾ, ਉਹਨੂੰ ਰੈਫਰ ਕੀਤਾ, ਤੇ ਇੱਕ ਉਹਨਾਂ ਨੇ ਸੁਪਰੀਮ ਕੋਰਟ ਦੀ ਜੱਜਮੈਂਟ ਰੈਫਰ ਕੀਤੀ 2022 ਦੀ ਤੇ ਇੱਕ ਹਾਈ ਕੋਰਟ ਦੀ ਜੱਜਮੈਂਟ ਉਹਨਾਂ ਨੇ ਰੈਫਰ ਕੀਤੀ।
ਗੁਰਲਾਲ ਜੀ, ਹੈਰਾਨਗੀ ਇਸ ਗੱਲ ਦੀ ਹੁੰਦੀ ਹੈ ਕਿ ਐਡਾ ਵੱਡਾ ਆਫਿਸ ਹੋਵੇ, ਗਵਰਨਰ ਆਫ ਏ ਸਟੇਟ ਦਾ ਇੱਕ ਕੰਸਟੀਟਿਊਸ਼ਨ ਹੈਡ ਹੋਵੇ, ਔਰ ਉਹਨਾਂ ਨੂੰ ਇਹ ਨਾ ਪਤਾ ਹੋਵੇ ਕਿ ਇਹ ਯੂਨੀਵਰਸਿਟੀ ਦਾ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਸਟੇਟਸ ਕੀ ਹੈ। ਆਪਾਂ ਇਹ ਸਮਝਣ ਦੇ ਲਈ ਮੈਂ ਦੱਸ ਦੇਵਾਂ ਕਿ ਜੋ ਭਾਰਤ ਦੇ ਵਿੱਚ UGC ਐਕਟ ਹੈਗਾ, ਉਹਦੇ ਮੁਤਾਬਕ 4 ਤਰ੍ਹਾਂ ਦੀਆਂ ਯੂਨੀਵਰਸਿਟੀਜ਼ ਬਣ ਸਕਦੀਆਂ ਜੀ। ਇੱਕ ਹੁੰਦੀ, ਇੱਕ ਜਿਹਨੂੰ ਅਸੀਂ ਕਹਿੰਦੇ ਸੈਂਟਰਲ ਯੂਨੀਵਰਸਿਟੀ, ਦੂਸਰੀ ਨੂੰ ਅਸੀਂ ਕਹਿੰਦੇ ਸਟੇਟ ਯੂਨੀਵਰਸਿਟੀ, ਤੀਸਰੀ ਨੂੰ ਅਸੀਂ ਕਹਿੰਦੇ ਡੀਮਡ ਟੂ ਬੀ ਯੂਨੀਵਰਸਿਟੀ, ਤੇ ਚੌਥੀ ਪ੍ਰਾਈਵੇਟ ਯੂਨੀਵਰਸਿਟੀ। ਔਰ ਜਿਹੜੀ ਸੈਂਟਰਲ ਯੂਨੀਵਰਸਿਟੀ ਹੁੰਦੀ ਆ, ਉਹ ਪਾਰਲੀਮੈਂਟ ਆਫ ਇੰਡੀਆ ਵੱਲੋਂ ਜਾਂ ਸੈਂਟਰਲ ਗੌਰਮੈਂਟ ਵੱਲੋਂ ਐਕਟ ਪਾਸ ਕਰਕੇ ਬਣਾਈ ਜਾਂਦੀ। ਵੱਖ-ਵੱਖ ਐਕਟ ਬਣਦੇ ਨੇ ਜੋ ਸੈਂਟਰਲ ਯੂਨੀਵਰਸਿਟੀ ਆਪਣੇ ਬਣਦੀਆਂ ਨੇ। ਜੋ ਸਟੇਟ ਦੇ ਵਿੱਚ ਯੂਨੀਵਰਸਿਟੀ ਬਣਾਈ ਜਾਂਦੀ ਹੈ, ਉਹ ਸਟੇਟ ਦੀ ਵਿਧਾਨ ਸਭਾ ਵੱਲੋਂ ਐਕਟ ਪਾਸ ਕਰਕੇ ਬਣਾਈ ਜਾਂਦੀ ਹੈ। तो डीम्ड यूनिवर्सिटी ਜਿਹੜੀ ਹੁੰਦੀ ਹੈ ਉਹ ਸੈਂਟਰਲ ਗਵਰਨਮੈਂਟ UGC ਰਲ ਕੇ ਉਸ ਨੂੰ ਕਲੀਅਰ ਕਰਦੇ ਨੇ। ਜਦੋਂ ਪਟਿਆਲੇ ਦੇ ਵਿੱਚ ਥਾਪਰ ਕਾਲਜ ਹੋਇਆ ਕਰਦਾ ਸੀ, ਉਹ ਪਹਿਲਾਂ ਡੀਮ ਟੂ ਯੂਨੀਵਰਸਿਟੀ ਦਾ ਸਟੇਟਸ ਦਿੱਤਾ ਗਿਆ ਸੀ। ਔਰ ਜਿਹੜੀ ਯੂਨੀਵਰਸਿਟੀ ਹੈ ਪ੍ਰਾਈਵੇਟ ਯੂਨੀਵਰਸਿਟੀ, ਉਹ ਵੀ ਹਰ ਸਟੇਟ ਦੇ ਵਿੱਚ ਇੰਡੀਪੈਂਡੈਂਟ ਐਕਟ ਪਾਸ ਕਰਕੇ ਉਹਨੂੰ ਬਣਾਇਆ ਗਿਆ। ਮੈਂ ਇਨ ਸ਼ਾਰਟ ਦੇ ਵਿੱਚ ਇਹਦੇ ਵਿੱਚ ਐਗਜ਼ਾਮਪਲਾਂ ਦੇ ਦੇਵਾਂ ਕਿ ਸੈਂਟਰਲ ਯੂਨੀਵਰਸਿਟੀ ਨੂੰ, ਫੋਰ ਐਗਜ਼ਾਮਪਲ ਪੰਜਾਬ ਦੇ ਵਿੱਚ ਸੈਂਟਰਲ ਯੂਨੀਵਰਸਿਟੀ ਬਣੀ ਹੋਈ ਹੈ, ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ, ਉਹਨੂੰ ਪਤਾ ਹੈ ਇਸ ਗੱਲ ਦਾ। ਸਟੇਟ ਯੂਨੀਵਰਸਿਟੀਆਂ 'ਚ ਪੰਜਾਬੀ ਯੂਨੀਵਰਸਿਟੀ ਲਾ ਲਓ, ਗੁਰੂ ਨਾਨਕ ਦੇਵ ਯੂਨੀਵਰਸਿਟੀ ਲਾ ਲਓ, ਜਾਂ ਤੁਸੀਂ ਬਾਕੀ ਜਿਹੜੀਆਂ ਬਾਬਾ ਫਰੀਦ ਯੂਨੀਵਰਸਿਟੀ ਉਹ ਸਟੇਟ ਯੂਨੀਵਰਸਿਟੀ ਆ। ਤੇ ਪ੍ਰਾਈਵੇਟ ਯੂਨੀਵਰਸਿਟੀਆਂ ਪੰਜਾਬ ਦੇ ਵਿੱਚ ਹੀ ਘੱਟੋ ਘੱਟ ਇਸ ਵਕਤ 18 ਜਾਂ 19 ਬਣ ਚੁੱਕੀਆਂ, ਉਹ ਇੰਡੀਪੈਂਡੈਂਟ ਐਕਟ ਬਣ ਕੇ ਬਣੀਆਂ ਨੇ। ਫੋਰ ਐਗਜ਼ਾਮਪਲ ਜਦੋਂ ਆਪਾਂ ਕਹੀਏ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਪਹਿਲੀ ਯੂਨੀਵਰਸਿਟੀ ਬਣੀ ਸੀ, ਉਹਦਾ ਐਕਟ ਪਾਸ ਹੋਇਆ ਸੀ 2005 'ਚ। ਉਸ ਤੋਂ ਬਾਅਦ ਚੰਡੀਗੜ੍ਹ ਦਾ ਐਕਟ ਪਾਸ ਹੋਇਆ, ਤੇ ਚਤਕਾਰਾ ਦਾ, ਇੱਦਾਂ ਰਿਆਤ ਮਹਾਰਾਜ ਯੂਨੀਵਰਸਿਟੀ ਦਾ, ਇੱਦਾਂ ਹੀ ਬਾਕੀ ਸਾਰੀ ਯੂਨੀਵਰਸਿਟੀ। ਹੁਣ ਜਿਹੜੇ ਸਟੇਟ ਐਕਟ ਦੇ ਅੰਡਰ ਜਿਹੜੀ ਯੂਨੀਵਰਸਿਟੀ ਹੈ, ਇਹ ਬਿਲਕੁਲ ਸਹੀ ਹੈ ਗੱਲ ਗਵਰਨਰ ਸਾਹਿਬ ਦੀ ਕਿ ਉੱਥੇ ਚਾਂਸਲਰ ਨੇ ਹੀ ਵਾਈਸ ਚਾਂਸਲਰ ਦੀ ਅਪੁਆਇੰਟਮੈਂਟ ਕਰਨੀ। ਲੇਕਿਨ ਜਿਹੜੀ ਪੰਜਾਬ ਐਗਰੀਕਲਚਰ ਹੈ ਉਹਦਾ ਕੀ ਸਟੇਟਸ ਹੈ? ਉਹ ਸੈਂਟਰਲ ਯੂਨੀਵਰਸਿਟੀ ਹੈ ਜਾਂ ਸਟੇਟ ਯੂਨੀਵਰਸਿਟੀ ਹੈ? ਇਹ ਗਵਰਨਰ ਸਾਹਿਬ ਇਸ ਗੱਲ ਤੇ ਕਲੀਅਰ ਨਹੀਂ ਹੈਗੇ। ਨਾ ਹੀ ਅਨਫੋਰਚੂਨੇਟਲੀ ਬਦਕਿਸਮਤੀ ਹੈ ਕਿ ਜਿਹੜਾ ਸਾਡੇ ਚੀਫ ਮਿਨਿਸਟਰ ਸਾਹਿਬ ਨੇ ਜਵਾਬ ਦਿੱਤਾ ਗਵਰਨਰ ਸਾਹਿਬ ਦੀ ਚਿੱਠੀ ਦਾ, ਉਹ ਕਲੀਅਰ ਨੇ ਇਸ ਗੱਲ ਦੇ ਉੱਤੇ। ਉਹਨਾਂ ਨੇ ਕਿਤੇ ਨਹੀਂ ਲਿਖਿਆ ਕਿ ਸੈਂਟਰਲ ਯੂਨੀਵਰਸਿਟੀ ਹੈ, ਇਸ ਕਰਕੇ ਸਾਡਾ ਰੂਲ ਨਹੀਂ ਹੈ। ਤਾਂ ਜਿਹੜੀ ਅਸਲੀਅਤ ਇਹ ਹੈ ਕਿ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ 1961 ਦੇ ਵਿੱਚ ਪਹਿਲਾਂ ਬਣੀ। ਜਦੋਂ 1961 ਲੁਧਿਆਣਾ, ਮੈਂ ਡਾਕਟਰ ਸਾਹਿਬ ਇੱਥੇ ਆਉਣ ਲੱਗਾ ਸੀ ਮੈਂ ਕਿ ਤੁਸੀਂ ਪਿਛੋਕੜ ਬਹੁਤ ਵਧੀਆ ਦੱਸਿਆ ਕਿ ਜਿਹੜੀ ਜਿੱਥੋਂ ਕਲੀਅਰੈਂਸ ਨਹੀਂ ਹੈ ਗਵਰਨਰ ਸਾਹਿਬ ਨੇ ਜਿਹੜੀ ਪ੍ਰੈਸ ਕਾਨਫਰੰਸ ਦਿੱਤੀ, ਪਰ ਇਹਦੇ ਵਿੱਚ ਜੇ ਆਪਾਂ ਇੱਕ ਵਾਰ ਫਰੀਦਕੋਟ ਨੂੰ ਛੱਡ ਲਈਏ, ਆਪਾਂ PIU ਵੱਲ ਆਉਂਦੇ ਹਾਂ। PIU ਦੇ ਵਿੱਚ ਇੱਕ ਹੈਗਾ ਆਪਣੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਐਕਟ 1961, ਤੁਸੀਂ ਗੱਲ ਵੀ ਉਹਦੀ ਕਰਨ ਲੱਗੇ ਸੀ, ਪਰ ਮੈਨੂੰ ਇਹ ਦੱਸੋ ਵੀ ਹੈ ਕੀ ਚੀਜ਼ ਇਹ, ਪਹਿਲਾਂ ਇਹ ਦੱਸੋ। ਦੇਖੋ, ਜਦੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ 1961 ਦੇ ਵਿੱਚ ਬਣੀ ਸੀ, ਉਹਦੇ ਲਈ ਇਹ ਸਪੈਸ਼ਲ ਐਕਟ ਪਾਸ ਕੀਤਾ ਗਿਆ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਐਕਟ 1961। ਔਰ ਉਸ ਦੇ ਵਿੱਚ ਵਾਕਈ ਚਾਂਸਲਰ ਜਿਹੜੇ ਸੀਗੇ ਉਹ ਗਵਰਨਰ ਆਫ ਪੰਜਾਬ ਲਾਏ ਗਏ, ਤੇ ਉਹਨਾਂ ਦੀ ਕੋਈ ਰਿਸਟ੍ਰਿਕਸ਼ਨ ਨਹੀਂ ਸੀ। ਉਹਨਾਂ ਨੂੰ ਪਾਵਰ ਵੀ ਦਿੱਤੀ ਗਈ ਟੂ ਅਪਾਇੰਟ ਦਾ ਵਾਈਸ ਚਾਂਸਲਰ ਔਨ ਦਾ ਐਡਵਾਈਸ ਆਫ ਦਾ ਸਟੇਟ ਗਵਰਨਮੈਂਟ। ਬਿਲਕੁਲ ਠੀਕ ਹੈ ਗੱਲ ਇਹ। ਲੇਕਿਨ ਅਸਲੀਅਤ ਜਿਹੜੀ ਬਹੁਤ ਇੰਪੋਰਟੈਂਟ ਉਹ ਇਹ ਹੈ ਕਿ ਬਾਅਦ ਦੇ ਵਿੱਚ 1970 ਦੇ ਵਿੱਚ ਇੱਕ ਐਕਟ ਪਾਸ ਕੀਤਾ ਗਿਆ ਬਾਈ ਦਾ ਪਾਰਲੀਮੈਂਟ ਆਫ ਇੰਡੀਆ, ਕਿਉਂਕਿ ਜਦੋਂ ਪਹਿਲਾਂ ਐਗਰੀਕਲਚਰ ਯੂਨੀਵਰਸਿਟੀ ਸੀ ਜਿਹੜੀ, ਉਹ ਸਾਰੇ ਪੰਜਾਬ ਨੂੰ ਇਨਕਲੂਡਿੰਗ ਹਰਿਆਣਾ ਤੇ ਹਿਮਾਚਲ ਦੇ ਏਰੀਆ ਨੂੰ ਕਵਰ ਕਰਦੀ ਸੀਗੀ। ਲੇਕਿਨ ਜਦੋਂ 1966 ਦੇ ਵਿੱਚ ਪੰਜਾਬ ਤੇ ਹਰਿਆਣਾ ਵੱਖਰੇ ਵੱਖਰੇ ਹੋ ਗਏ, ਉਸ ਟਾਈਮ ਦੇ ਉੱਤੇ ਫਿਰ ਪੰਜਾਬ ਵਿਧਾਨ ਸਭਾ ਨੇ ਤੇ ਉਧਰੋਂ ਹਰਿਆਣਾ ਦੀ ਵਿਧਾਨ ਸਭਾ ਨੇ ਸੈਂਟਰ ਨੂੰ ਰਿਕੁਐਸਟ ਕੀਤੀ ਕਨਸਟੀਟਿਊਸ਼ਨ ਦੇ ਆਰਟੀਕਲ ਦੇ ਅੰਡਰ ਕਿ ਜੀ ਸਾਨੂੰ ਤੁਸੀਂ ਐਗਰੀਕਲਚਰ ਯੂਨੀਵਰਸਿਟੀ ਸੈਂਟਰਲ ਯੂਨੀਵਰਸਿਟੀਆਂ ਬਣਾ ਦਿਓ ਸਾਡੇ। ਤਾਂ ਉਸ ਦੇ ਬਾਅਦ ਸੈਂਟਰ ਗਵਰਨਮੈਂਟ ਨੇ ਇੱਕ ਐਕਟ ਪਾਸ ਕੀਤਾ ਜਿਹਦਾ ਨਾਮ ਰੱਖਿਆ ਦਾ ਹਰਿਆਣਾ ਐਂਡ ਪੰਜਾਬ ਐਗਰੀਕਲਚਰ ਯੂਨੀਵਰਸਿਟੀਜ਼ ਐਕਟ 1970। ਹੁਣ ਗੁਰਲਾਲ ਜੀ, ਇੱਥੋਂ ਸ਼ੁਰੂਆਤ ਹੁੰਦੀ ਹੈ ਜਿਹੜੀ ਕਿ ਮੈਂ ਕਹਾਂ ਕਿ ਦੋਨਾਂ ਕਨਸਟੀਟਿਊਸ਼ਨ ਹੈੱਡ ਆਫਿਸਿਸ ਦੇ ਵਿੱਚ ਕਲੈਰਿਟੀ ਨਹੀਂ ਸੀਗੀ। ਜਦੋਂ 1970 ਦੇ ਵਿੱਚ ਐਕਟ ਪਾਸ ਕੀਤਾ ਜਾਂਦਾ ਹੈ ਤਾਂ ਉਹਦੇ ਵਿੱਚ 2 ਯੂਨੀਵਰਸਿਟੀਆਂ ਬਣਾਈਆਂ ਜਾਂਦੀਆਂ ਨੇ ਸੈਂਟਰ ਵੱਲੋਂ,
ਇੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੇ ਇੱਕ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਹਿਸਾਰ। ਜੀ ਜੀ ਜੀ। ਇਹ ਦੋਨਾਂ ਯੂਨੀਵਰਸਿਟੀਆਂ ਦਾ ਸਟੇਟਸ ਹੋ ਗਿਆ ਸੈਂਟਰ ਯੂਨੀਵਰਸਿਟੀ ਦਾ। ਹੁਣ ਜਿਹੜੇ ਮੇਨ ਕੁਐਸਚਨ ਇਹ ਹੈ ਕਿ ਜਿਹੜੀ 1961 ਚ ਯੂਨੀਵਰਸਿਟੀ ਬਣੀ ਉਹ ਵੀ ਇਹ ਲੁਧਿਆਣੇ ਵਾਲੀ ਸੀਗੀ ਤੇ ਇਹਦਾ ਲੀਗਲ ਸਟੇਟਸ ਇਹਦੇ ਵਿੱਚ ਜੇ ਮੈਂ ਤੁਹਾਨੂੰ ਦੱਸਾਂ ਤੇ ਜਿਹੜਾ ਐਗਰੀਕਲਚਰ ਯੂਨੀਵਰਸਿਟੀ ਦਾ ਐਕਟ ਪਾਸ ਕੀਤਾ ਗਿਆ ਸੀ, ਜਿਹੜਾ 1970 ਚ ਸੈਂਟਰ ਗਵਰਨਮੈਂਟ ਵੱਲੋਂ ਐਕਟ ਪਾਸ ਕੀਤਾ ਗਿਆ ਸੀ, ਸੈਕਸ਼ਨ 3 ਦੇ ਵਿੱਚ ਇਹ ਲਿਖ ਦਿੱਤਾ ਗਿਆ ਕਿ ਡੈਜ਼ੋਲੂਸ਼ਨ ਆਫ ਦਾ ਐਗਜ਼ਿਸਟਿੰਗ ਯੂਨੀਵਰਸਿਟੀ ਐਂਡ ਐਸਟੈਬਲਿਸ਼ਮੈਂਟ ਆਫ ਦਾ ਪੰਜਾਬ ਐਗਰੀਕਲਚਰ। ਤੇ ਜੇ ਇਹਦੀ ਮੈਂ ਵਰਡਿੰਗ ਪੜ੍ਹਾਂ ਤੇ ਇਹ ਸਾਫ਼ ਲਿਖ ਦਿੱਤਾ ਗਿਆ ਕਿ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਉਹਨੂੰ ਡਿਸੋਲਵ ਕੀਤਾ ਜਾਂਦਾ ਹੈ, ਨੰਬਰ 1। ਨੰਬਰ 2, ਇਸੇ ਐਕਟ ਦੀ 1970 ਦੇ ਐਕਟ ਦੀ ਸੈਕਸ਼ਨ ਹੈਗੀ ਆ 45 ਔਰ ਸੈਕਸ਼ਨ 45 ਦੇ ਵਿੱਚ ਲਿਖ ਦਿੱਤਾ ਗਿਆ that ਪੰਜਾਬ ਐਗਰੀਕਲਚਰ ਯੂਨੀਵਰਸਿਟੀ 61 is hereby repealed ਮਤਲਬ ਖਤਮ ਕਰ ਦਿੱਤਾ। ਸੋ ਕਹਿਣ ਦਾ ਭਾਵ ਇਹ ਹੈ ਕਿ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਆਮ ਲੋਕੀ ਸੋਚਦੇ ਨੇ ਕਿ ਉਹ ਸਟੇਟ ਯੂਨੀਵਰਸਿਟੀ ਹੈ, ਈਵਨ ਗਵਰਨਰ ਸਾਹਿਬ ਸੋਚਦੇ ਨੇ ਜਾਂ ਉਹਨਾਂ ਦੇ ਆਫਿਸ ਸੋਚਦੇ ਨੇ ਜਾਂ ਚੀਫ ਮਿਨਿਸਟਰ ਸਾਹਿਬ ਵੀ ਕਲੀਅਰਟੀ ਨਹੀਂ ਇਸ ਗੱਲ ਤੇ। ਉਹ ਇਸੇ ਕਰਕੇ ਹੈ ਕਿ ਜਿਹੜਾ ਹੁਣ ਐਕਟ 1970 ਚ ਬਣਿਆ ਸੈਂਟਰ ਗਵਰਨਮੈਂਟ ਵੱਲੋਂ, ਉਹਦੇ ਵਿੱਚ ਉਹਨਾਂ ਨੇ ਵਾਈਸ ਚਾਂਸਲਰ ਦੀ ਅਪਾਇੰਟਮੈਂਟ ਦਾ ਇੱਕ ਵੱਖਰਾ ਪ੍ਰੋਸੀਜਰ ਲੇ ਡਾਊਨ ਕੀਤਾ, ਚਾਹੇ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਾਣਾ ਚਾਹੇ ਉਹ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਹਿਸਾਰ ਹੈ। ਇਹਨਾਂ ਦੋਨਾਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਦੀ ਅਪਾਇੰਟਮੈਂਟ ਦਾ ਪ੍ਰੋਸੀਜਰ ਸਟੇਟ ਯੂਨੀਵਰਸਿਟੀਆਂ ਨਾਲੋਂ ਵੱਖਰਾ ਹੈ। ਰਾਈਟ, ਸਾਹਮਣੇ ਦੇਖਣ ਦੀ ਪ੍ਰੋਸੀਜਰ ਇਹ ਹੈ ਕਿ ਐਕਟ ਦੀ ਧਾਰਾ 12, 13, 14, 4 ਸੈਕਸ਼ਨਾਂ ਸਾਨੂੰ ਪੜ੍ਹਨੀਆਂ ਪੈਣਗੀਆਂ ਅਲਾਉਂਗ ਵਿਦ ਦ ਸਟੈਚਿਊਟਸ ਜਿਹੜੇ ਬਣਾਏ ਗਏ ਨੇ। ਡਾਕਟਰ ਸਾਹਿਬ ਤੁਸੀਂ ਇੱਕ ਮਿੰਟ, ਤੁਸੀਂ ਇੱਕ ਤਾਂ ਮੈਨੂੰ ਲੱਗਦਾ ਤੁਹਾਡੇ ਕਨੈਕਸ਼ਨ ਥੋੜ੍ਹਾ ਜਿਹਾ ਪੂਰੇ, ਤੁਹਾਡੀ ਆਵਾਜ਼ ਘੱਟ ਰਹੀ ਹੈ। ਦੂਜੀ ਜਿਹੜੀ ਤੁਸੀਂ ਗੱਲ ਹੁਣੀ ਗਈ ਹੈ ਉਹ ਕਲੀਅਰ ਨਹੀਂ ਆਈ ਕਿ ਜਿਹੜੀ 1970 ਦੇ ਵਿੱਚ ਜਦੋਂ ਹਰਿਆਣਾ ਯੂਨੀਵਰਸਿਟੀ ਹਿਸਾਰ, ਖੇਤੀਬਾੜੀ ਯੂਨੀਵਰਸਿਟੀ ਹਰਿਆਣਾ ਜਿਹੜੀ ਹਿਸਾਰ ਬਣੀ ਸੀ ਤੇ ਲੁਧਿਆਣੇ, ਇਹਦੇ ਵਿੱਚ ਜਦੋਂ ਵਾਈਸ ਚਾਂਸਲਰ ਲਾਉਣੇ ਹੈ ਉਹਦਾ ਜਿਹੜਾ ਕ੍ਰਾਈਟੇਰੀਆ ਉਹ ਡਿਫਰੈਂਟ ਸੈੱਟ ਕੀਤਾ ਗਿਆ ਸੀਗਾ। ਉਸ ਤੋਂ ਬਾਅਦ ਉਹ ਕਿਹੜਾ ਕ੍ਰਾਈਟੇਰੀਆ ਆ ਉਹ ਸਮਝ ਨਹੀਂ ਆਇਆ। ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ। ਦਰਸ਼ਕੋ, ਸਾਡਾ ਬੜੇ ਹੋਏ ਨੇ ਡਾਕਟਰ ਦਲਜੀਤ ਸਿੰਘ ਜੀ, ਜਿਹੜੇ ਕਿ ਵਾਈਸ ਚਾਂਸਲਰ ਵੀ ਨੇ, ਕਾਨੂੰਨੀ ਮਾਹਰ ਵੀ ਨੇ, ਕਾਨੂੰਨ ਪੜ੍ਹਾਉਂਦੇ ਵੀ ਰਹੇ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਜਿਹੜਾ ਕੈਂਪਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਲੰਧਰ ਦੇ ਉਹਦੇ ਵਿੱਚ ਵੀ, ਤੇ ਵਾਈਸ ਚਾਂਸਲਰ ਰਹੇ ਨੇ ਮੋਹਾਲੀ ਯੂਨੀਵਰਸਿਟੀ ਦੇ ਵਿੱਚ। ਕਈ ਗੱਲਾਂ ਹੋਰ ਨਿਕਲ ਕੇ ਆ ਰਹੀਆਂ ਜਿਹੜੀਆਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ, ਪਰ ਆਵਾਜ਼ ਥੋੜ੍ਹੀ ਜਿਹੀ ਕੱਟ ਰਹੀ ਸੀ। ਬੈਟਰ ਕੁਆਲਿਟੀ ਨਾਲ ਤੁਹਾਡੇ ਰੂਬਰੂ ਹੁੰਦੇ। ਰੁਕਦੇ ਇੱਕ ਛੋਟੀ ਜਿਹੀ ਬ੍ਰੇਕ ਲਈ, ਇੱਦਾਂ ਬਣੇ ਰਹੋ ਜਸ ਪੰਜਾਬੀ ਤੇ। ਮੈਂ ਤੁਹਾਡਾ ਗੁਰਲਾਲ ਹਾਜ਼ਰ ਗੱਲ ਕਰ ਰਹੇ ਆਪਾਂ ਵਾਈਸ ਚਾਂਸਲਰਾਂ ਦੀ ਨਿਯੁਕਤੀ ਦਾ, ਉਹਨਾਂ ਦੀ ਅਪਾਇੰਟਸ ਕਿੱਦਾਂ ਹੁੰਦੇ ਨੇ। ਡਾਕਟਰ ਦਲਜੀਤ ਸਿੰਘ ਸਾਨਾ ਬਣੇ ਹੋਏ ਨੇ ਜਿਹੜੇ ਕਿ ਕਾਨੂੰਨੀ ਮਾਹਰ ਨੇ, VC ਵੀ ਰਹਿ ਚੁੱਕੇ ਹੈ ਉੱਥੇ ਰਾਹਤ ਬਹਾਰਾ ਯੂਨੀਵਰਸਿਟੀ ਮੋਹਾਲੀ ਦੇ ਵਿੱਚ। ਡਾਕਟਰ ਸਾਹਿਬ, ਤੁਸੀਂ ਬ੍ਰੇਕ ਤੋਂ ਪਹਿਲਾਂ ਸਮਝਾ ਰਹੇ ਸੀਗੇ, ਉਦੋਂ ਆਵਾਜ਼ ਕੱਟ ਰਹੀ ਸੀਗੀ। ਤੁਸੀਂ ਦੱਸਿਆ ਸੀਗਾ ਕਿ ਚਲੋ 1961 ਦੇ ਵਿੱਚ ਜਿਹੜਾ ਐਕਟ ਬਣਿਆ ਸੀ ਉਹ PAU ਵਾਸਤੇ ਸੀਗਾ, ਤੇ ਜਦੋਂ 1970 ਦੇ ਵਿੱਚ ਇੱਕ ਐਕਟ ਬਣਿਆ ਸੀ ਜਦੋਂ ਹਿਸਾਰ ਯੂਨੀਵਰਸਿਟੀ ਖੇਤੀਬਾੜੀ ਯੂਨੀਵਰਸਿਟੀ ਬਣੀ, ਉਦੋਂ ਇਹ ਡਿਸਾਈਡ ਕੀਤਾ ਗਿਆ ਸੀਗਾ ਕਿ ਦੋਨਾਂ ਦੇ ਜਿਹੜੇ ਵਾਈਸ ਚਾਂਸਲਰ ਹੈ ਉਹਨਾਂ ਦਾ ਕ੍ਰਾਈਟੇਰੀਆ ਡਿਫਰੈਂਟ ਹੋਊਗਾ। ਉਹ ਕ੍ਰਾਈਟੇਰੀਆ ਨਵਾਂ ਕੀ ਸੀਗਾ ਉਹ ਸਮਝਾਓ ਮਾੜਾ ਜਿਹਾ। ਹਾਂਜੀ ਗੁਰਲਾਲ ਜੀ, ਇੱਥੋਂ ਹੀ ਆਪਾਂ ਸ਼ੁਰੂਆਤ ਕਰਦੇ ਹਾਂ ਕਿ 1970 ਚ ਜਿਹੜਾ ਐਕਟ ਬਣਿਆ ਉਹਦੇ ਨਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ 1961 ਵਾਲੀ ਦਾ ਸਟੇਟਸ ਖਤਮ ਕਰ ਦਿੱਤਾ ਗਿਆ, ਐਕਟ ਵੀ ਰਿਪੀਲ ਕਰ ਦਿੱਤਾ ਗਿਆ। 1970 ਜਦੋਂ ਪਾਰਲੀਮੈਂਟ ਨੇ ਐਕਟ ਪਾਸ ਕੀਤਾ ਤੇ ਐਗਰੀਕਲਚਰ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਹਿਸਾਰ ਉਹਦੇ ਐਕਟ ਦੇ ਅੰਡਰ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਉਹਦੇ ਅੰਡਰ ਦੋ ਯੂਨੀਵਰਸਿਟੀਆਂ ਐਸਟੈਬਲਿਸ਼ ਕੀਤੀਆਂ ਗਈਆਂ। ਉਹਦਾ ਜਿਹੜਾ ਪਹਿਲਾ ਸਟੇਟ ਦਾ ਐਕਟ ਸੀਗਾ ਉਹਦੇ ਅੰਡਰ ਵਾਈਸ ਚਾਂਸਲਰ PAU ਦਾ ਜੋ ਲਾਉਣਾ ਸੀ ਉਹ ਲਾਉਣਾ ਸੀ ਚਾਂਸਲਰ ਨੇ, ਔਰ ਚਾਂਸਲਰ ਕੌਣ ਸੀ? ਗਵਰਨਰ। ਇਸ ਕਰਕੇ ਕਲੀਅਰ ਸੀਗਾ। ਲੇਕਿਨ ਹੁਣ ਜਿਹੜਾ ਐਕਟ 1970 ਦੇ ਅੰਡਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਗਵਰਨ ਹੋ ਰਹੀ ਹੈ ਪ੍ਰੈਜ਼ੈਂਟਲੀ, ਉਹਦੇ ਵਿੱਚ ਲਿਖਿਆ ਹੋਇਆ ਹੈ the vice chancellor shall be appointed by the board of the management ਜਾਂ board of the university ਸ਼ਬਦ ਪਾਇਆ ਹੋਇਆ। ਬੋਰਡ ਦੀ ਜੋ ਕਨਸਟੀਟਿਊਸ਼ਨ ਵਿੱਚ ਬਣਾਈ ਹੋਈ ਹੈ ਉਹਦੇ ਵਿੱਚ 14 ਦੇ ਕਰੀਬ ਮੈਂਬਰ ਨੇ। ਸਭ ਤੋਂ ਪਹਿਲਾ ਮੈਂਬਰ ਜਿਹੜਾ ਸੀਨੀਅਰ ਮੋਸਟ ਹੈ ਉਹ ਹੈਗਾ ਵਾਈਸ ਚਾਂਸਲਰ ਆਫ ਦਾ ਯੂਨੀਵਰਸਿਟੀ। ਨੰਬਰ 2 ਤੇ ਜਿਹੜਾ ਹੈਗਾ ਚੀਫ ਸੈਕਟਰੀ ਆਫ ਦਾ ਪੰਜਾਬ ਸਟੇਟ ਹੈ, ਤੇ ਉਸ ਤੋਂ ਬਾਅਦ 3 ਸੈਕਟਰੀਜ਼ ਨੇ ਡਿਫਰੈਂਟ ਡਿਪਾਰਟਮੈਂਟਸ ਦੇ, ਤੇ ਬਾਕੀ ਹੋਰ ਉਹਦੇ ਮੈਂਬਰ। ਤੇ ਇਹ ਵੀ ਲਿਖਿਆ ਗਿਆ ਕਿ ਵਾਈਸ ਚਾਂਸਲਰ ਦੀ ਅਪਾਇੰਟਮੈਂਟ ਬੋਰਡ ਕਰੇਗਾ ਆਊਟ ਆਫ ਦਾ ਪੈਨਲ
recommended by the committee, right? ਔਰ ਉਸ ਤੋਂ ਬਾਅਦ ਉਹਦੀ ਅਪਰੂਵਲ ਵੀ ਜਿਹੜੀ ਹੈਗੀ ਆ ਉਹ ਬੋਰਡ ਆਪ ਕਰੇਗਾ। तो किसी भी हालत ਦੇ ਵਿੱਚ ਇਹ ਜਿਹੜੀ ਫਾਈਲ ਹੈ ਇਹ ਚਾਂਸਲਰ ਜਾਂ ਜਿਹੜਾ ਗਵਰਨਰ ਹੈ ਪੰਜਾਬ ਦਾ ਚਾਂਸਲਰ ਪੰਜਾਬ ਐਗਰੀਕਲਚਰ ਡਿਸਟ੍ਰਿਕਟ ਦਾ ਉਹਦੇ ਕੋਲ ਨਹੀਂ ਜਾਏਗਾ। ਇਹ ਕਲੀਅਰ। ਇੱਕ ਦੂਸਰੀ ਗੱਲ ਜ਼ਰੂਰ ਮੈਂ ਇੱਥੇ ਦੱਸ ਦੇਣੀ ਚਾਹੁੰਦਾ ਕਿ ਬੋਰਡ ਆਫ ਮੈਨੇਜਮੈਂਟ ਆਫ ਦਾ ਪੀਏਯੂ ਉਦੋਂ ਹੀ ਅਪਾਇੰਟ ਕਰ ਸਕਦਾ ਉਹ ਯੂਨੈਨਿਮਸਲੀ ਸਾਰੇ ਬੋਰਡ ਨੇ ਡਿਸੀਜਨ ਲਿਆ। ਇਹ ਬੋਰਡ ਦੇ ਡਿਸੀਜਨ ਦੇ ਵਿੱਚ ਕੋਈ ਡਿਸੈਂਟਿੰਗ ਹੈਗੀ ਹੈ ਤਾਂ ਉਸ ਕੇਸ ਦੇ ਵਿੱਚ ਫਿਰ ਜਿਹੜੀ ਫਾਈਲ ਹੈ ਉਹ ਜਾਏਗੀ ਗਵਰਨਰ ਦੇ ਕੋਲ ਐਜ਼ ਏ ਚਾਂਸਲਰ ਤੇ ਗਵਰਨਰ ਦੇ ਕੋਲ। ਡਾਕਟਰ ਸਾਹਿਬ ਹੋ ਸਕਦਾ ਮੈਨੂੰ ਨਾ ਸਮਝ ਆਈ ਹੋਵੇ। ਇੱਕ ਕੁਇਕ ਕੁਐਸਚਨ ਮੇਰੇ ਦਿਮਾਗ 'ਚ ਆਇਆ। ਤੁਸੀਂ ਗੱਲ ਬੋਰਡ ਤੇ ਲਿਆਂਦੀ ਬਹੁਤ ਚੰਗੀ ਗੱਲ ਹੈ, ਪਰ ਬੋਰਡ ਨੂੰ ਕੌਣ ਅਪਾਇੰਟ ਕਰੇਗਾ? ਬੋਰਡ ਨੂੰ ਕੌਣ ਅਪਾਇੰਟ ਕਰੇਗਾ? ਯੈਸ, ਬੋਰਡ ਦੀ ਅਪਾਇੰਟਮੈਂਟ ਦੀ ਬਣਤਰ ਐਕਟ ਦੇ ਵਿੱਚ ਲਿਖੀ ਗਈ ਹੋਈ ਹੈ। ਜੋ 1970 ਦਾ ਐਕਟ ਹੈ ਉਹਦੇ ਵਿੱਚ ਲਿਖੀ ਗਈ ਹੈ ਕਿ ਬੋਰਡ ਦੇ ਮੈਂਬਰ ਕੌਣ ਹੋਣਗੇ। ਉਹਦੇ ਮੈਂ ਤੁਹਾਨੂੰ ਦੱਸਿਆ ਕਿ ਬੋਰਡ ਦੇ ਮੈਂਬਰ ਜਿਹੜੇ ਉਹਨਾਂ ਨੇ ਦੱਸਿਆ ਉਹਦੇ ਵਿੱਚ ਫੋਰ ਐਗਜ਼ਾਮਪਲ ਪਹਿਲਾ ਮੈਂਬਰ ਜਿਹੜਾ ਪ੍ਰੈਜ਼ੀਡੈਂਟ ਵਾਈਸ ਚਾਂਸਲਰ ਹੈ ਉਹ ਹੈ। ਉਹ ਇਕੱਲੀ ਅਪਾਇੰਟਮੈਂਟ ਲਈ ਨਹੀਂ ਹੈਗਾ ਬੋਰਡ ਸਾਰੀ ਯੂਨੀਵਰਸਿਟੀ ਨੂੰ ਗਵਰਨ ਕਰਦਾ, ਉਹਦੇ ਸਾਰੇ ਐਕਟ ਕਰਦਾ, ਸਾਰਾ ਕੰਮ ਕਰਦਾ ਉਸ ਉਹਦੀ ਮੀਟਿੰਗ ਰੈਗੂਲਰਲੀ ਹੁੰਦੀ ਹੈ। ਠੀਕ ਹੈ ਨਾ ਜੀ। ਤੇ ਇਹ ਸਿਰਫ ਆਪਾਂ ਗੱਲ ਕਰਦੇ ਹਾਂ ਵਾਈਸ ਚਾਂਸਲਰ ਦੀ ਅਪਾਇੰਟਮੈਂਟ ਦੀ। ਉਹਦੇ ਵਿੱਚ ਜਿਹੜਾ ਬੋਰਡ ਹੈ ਉਹਦੇ ਵਿੱਚ ਜਿਹੜਾ ਲਿਖਿਆ ਗਿਆ ਉਹ 'ਚ ਲਿਖਿਆ ਗਿਆ ਬੋਰਡ ਦੀਆਂ ਪਾਵਰ ਕੀ ਨੇ। ਜਿਹੜੀਆਂ ਬੋਰਡ ਦੀਆਂ ਪਾਵਰ ਲਿਖੀਆਂ ਗਈਆਂ ਨੇ ਨਾ ਜੀ ਉਸ ਐਕਟ ਦੇ ਵਿੱਚ ਪਾਵਰਸ ਆਫ ਦਾ ਬੋਰਡ ਉਸ ਦੇ ਵਿੱਚ ਇਹ ਲਿਖਿਆ ਗਿਆ ਕਿ ਦ ਵਾਈਸ ਚਾਂਸਲਰ ਸ਼ੈਲ ਬੀ ਅਪੁਆਇੰਟਡ ਬਾਈ ਦਾ ਬੋਰਡ ਆਫ ਦਾ ਯੂਨੀਵਰਸਿਟੀ ਬੋਰਡ ਆਫ ਮੈਨੇਜਮੈਂਟ ਆਪਾਂ ਸਿੰਪਲ ਜਿਹੇ ਸ਼ਬਦਾਂ 'ਚ ਉਸ ਨੂੰ ਕਹਿ ਲਈਏ। ਤੇ ਉਹਦੀ ਅੱਗੇ ਬਣਤਰ ਜਿਹੜੀ ਦਿੱਤੀ ਗਈ ਆ ਉਹਦੇ ਵਿੱਚ ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਸਭ ਤੋਂ ਪਹਿਲਾਂ ਵਾਈਸ ਚਾਂਸਲਰ ਹੈ, ਫਿਰ ਚੀਫ ਸੈਕਟਰੀ ਗਵਰਨਮੈਂਟ ਹੈ, ਫਿਰ ਸੈਕਟਰੀ ਆਫ ਦਾ ਗਵਰਨਮੈਂਟ ਆਫ ਦਾ ਸਟੇਟ ਆਫ ਪੰਜਾਬ, ਡਿਪਾਰਟਮੈਂਟ ਆਫ ਐਗਰੀਕਲਚਰ ਹੈ, ਫਿਰ ਸੈਕਟਰੀ ਫਾਈਨਾਂਸ ਹੈ, ਫਿਰ ਡਾਇਰੈਕਟਰ ਆਫ ਐਗਰੀਕਲਚਰ ਪੰਜਾਬ ਹੈ। ਇਸ ਤਰੀਕੇ ਨਾਲ 14 ਦੇ ਕਰੀਬ ਮੈਂਬਰ ਪਰਮਾਨੈਂਟ ਬਾਈ ਆਫਿਸ ਦੇ ਤੌਰ ਦੇ ਉੱਤੇ ਦੇ ਮੈਂਬਰ ਬਣੇ ਨੇ ਔਰ ਸਾਰੇ ਬਣਦੇ ਰਹਿੰਦੇ ਨੇ ਟਾਈਮ ਟੂ ਟਾਈਮ। ਜੋ ਵੀ ਹੈਗਾ ਇਹਨਾਂ ਪੋਸਟਾਂ ਦੇ ਉੱਤੇ ਮੈਂਬਰ ਆਟੋਮੈਟਿਕਲੀ ਬਣ ਜਾਂਦੇ। ਦੈਨ ਇਸ ਕੇਸ ਦੇ ਵਿੱਚ ਫਿਰ ਗਵਰਨਰ ਦਾ ਕੋਈ ਲੈਣਾ ਦੇਣਾ ਨਹੀਂ ਰਹਿ ਜਾਂਦਾ ਕਿ ਸਟਿਲ ਬੋਰਡ ਹੈਜ਼ ਟੂ ਗੈਟ ਅਪਰੂਵਡ ਬਾਈ ਦਾ ਗਵਰਨਰ? ਨਾ ਜੀ, ਇਹਦੇ ਵਿੱਚ ਜੇ ਯੂਨੈਨਿਮਸਲੀ ਕੋਈ ਵਾਈਸ ਚਾਂਸਲਰ ਨੂੰ ਬੋਰਡ ਨੇ ਅਪੁਆਇੰਟ ਕੀਤਾ ਉਹਦੇ ਵਿੱਚ ਗਵਰਨਰ ਸਾਹਿਬ ਦਾ ਕੋਈ ਰੋਲ ਨਹੀਂ ਹੈ, ਨਾ ਚੀਫ ਮਿਨਿਸਟਰ ਦਾ ਕੋਈ ਰੋਲ ਹੈ। ਓਕੇ ਐਂਡ ਦੈਨ ਜੇ ਡਿਸਪਿਊਟ ਹੈ, ਜੇ ਡਿਸੈਂਟਿੰਗ ਨੋਟ ਹੈ ਕਿਸੇ ਦਾ ਬੋਰਡ ਦੇ ਵਿੱਚ ਕਿਸੇ ਵਾਈਸ ਚਾਂਸਲਰ ਦੀ ਅਪੁਆਇੰਟਮੈਂਟ ਬਾਰੇ ਤਾਂ ਉਹ ਨੋ ਰਿਕਮੈਂਡ ਕਰਕੇ ਆਪਣੇ ਗਵਰਨਰ ਨੂੰ ਭੇਜਣਗੇ। ਫਿਰ ਗਵਰਨਰ ਕੋਲ ਪਾਵਰ ਆ ਜਾਂਦੀ ਹੈ, ਫਿਰ ਉਹ ਆਪਣਾ ਅਪੁਆਇੰਟਮੈਂਟ ਕਰੇਗਾ ਆਊਟ ਆਫ ਦੈਟ ਪੈਨਲ। ਜੀ ਹੁਣ ਜਿਹੜੀ ਲਾਸਟ ਹਾਂਜੀ ਜੀ ਡਾਕਟਰ ਸਾਹਿਬ ਤੁਸੀਂ ਇਹ ਕਲੀਅਰ ਕੀਤਾ, ਪਰ ਇਹ ਜੇ ਆਪਾਂ ਦੇਖੀਏ ਤੇ ਓਨਲੀ ਅਪਲਾਈਜ਼ ਟੂ PAU ਐਟ ਦਿਸ ਟਾਈਮ ਇਨ ਪੰਜਾਬ। ਐਗਜ਼ੈਕਟਲੀ ਔਰ ਕਿਉਂ ਇੱਕ ਇਹਦੇ ਵਿੱਚ ਆਮ ਇੱਕ ਸਟੇਟ ਯੂਨੀਵਰਸਿਟੀ ਸੈਂਟਰਲ ਯੂਨੀਵਰਸਿਟੀ ਕਿੱਦਾਂ ਬਣ ਗਈ। ਮੈਂ ਉਹਦਾ ਤੁਹਾਨੂੰ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ ਕਿ ਭਾਰਤ ਦੇ ਵਿੱਚ 2009 ਦੇ ਵਿੱਚ ਯੂਨੀਵਰਸਿਟੀਜ਼ ਐਕਟ 2009 ਜਿਹਦੇ ਵਿੱਚ 15 ਸਟੇਟ ਯੂਨੀਵਰਸਿਟੀਜ਼ ਬਣਾਈਆਂ ਜਾਂਦੀਆਂ ਨੇ, 12 ਨਵੀਆਂ ਤੇ 3 ਯੂਨੀਵਰਸਿਟੀਆਂ ਉਹ ਬਣਾਈਆਂ ਜਾਂਦੀਆਂ ਨੇ ਜਿਹਨਾਂ ਆਲਰੇਡੀ 3 ਸਟੇਟਾਂ ਦੇ ਵਿੱਚ ਉਹ ਕੰਮ ਕਰ ਰਹੀਆਂ ਸੀਗੀਆਂ। ਜਿੱਦਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪਹਿਲਾਂ ਕੰਮ ਕਰ ਰਹੀ ਸੀ, ਉਹਨੂੰ ਸੈਂਟਰਲ ਯੂਨੀਵਰਸਿਟੀ ਦਾ ਸਟੇਟਸ ਦਿੱਤਾ। ਇਸੇ ਤਰੀਕੇ ਦੇ ਨਾਲ ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਉੱਤਰਾਖੰਡ ਦੇ ਵਿੱਚ 3 ਆਲਰੇਡੀ ਕੰਮ ਕਰਦੀਆਂ ਸੀ, ਉਹਨਾਂ 3 ਯੂਨੀਵਰਸਿਟੀਆਂ ਨੂੰ ਤੇ 12 ਨਵੀਆਂ ਯੂਨੀਵਰਸਿਟੀਆਂ ਨੂੰ 2009 ਦੇ ਵਿੱਚ ਸੈਂਟਰਲ ਯੂਨੀਵਰਸਿਟੀਜ਼ ਐਕਟ 2009 ਪਾਸ ਕਰਕੇ ਤੋਂ ਟੋਟਲ 15 ਯੂਨੀਵਰਸਿਟੀਆਂ ਬਣਾਈਆਂ ਗਈਆਂ। ਔਰ ਜਿਹਦੇ ਵਿੱਚ ਜਿਹੜੀ ਬਠਿੰਡੇ ਪੰਜਾਬ ਦੇ ਵਿੱਚ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਬਣੀ ਹੈ ਉਹ ਉਸ ਐਕਟ ਦੇ ਅੰਡਰ ਬਣੀ ਹੋਈ ਹੈ। ਉਸ ਐਕਟ ਦੇ ਅੰਡਰ ਹੁਣ ਪੰਜਾਬ 'ਚ ਯੂਨੀਵਰਸਿਟੀ ਬਣੀ ਹੋਈ ਹੈ, ਪਰ ਹੈ ਸੈਂਟਰ ਐਕਟ ਦੇ ਵਿੱਚ। ਇੱਥੇ ਸਾਡੇ ਗਵਰਨਰ ਸਾਹਿਬ ਦਾ ਕੋਈ ਰੋਲ ਨਹੀਂ ਹੈ ਉੱਥੇ ਵਾਈਸ ਚਾਂਸਲਰ ਦੀ ਅਪੁਆਇੰਟਮੈਂਟ ਦੇ ਵਿੱਚ। ਉੱਥੇ ਜਿਹੜਾ ਵਾਈਸ ਚਾਂਸਲਰ ਅਪੁਆਇੰਟ ਕੀਤਾ ਜਾਂਦਾ ਉਹ ਬਾਈ ਵਿਜ਼ਟਰਸ ਆਫ ਦਾ ਯੂਨੀਵਰਸਿਟੀ ਕੀਤਾ ਜਾਂਦਾ ਹੈ। ਔਰ ਇਹ ਐਕਟ 'ਚ ਲਿਖਿਆ ਹੋਇਆ ਕਿ ਜਿਹੜਾ ਵਿਜ਼ਟਰ ਹੈ ਉਹ ਪ੍ਰੈਜ਼ੀਡੈਂਟ ਆਫ ਇੰਡੀਆ ਹੋਏਗਾ ਔਨ ਦਾ ਰਿਕਮੈਂਡੇਸ਼ਨ। ਉੱਥੇ ਵੀ ਪ੍ਰੈਜ਼ੀਡੈਂਟ ਦੀ ਆਪਾਂ ਕਹੀਏ ਐਬਸੋਲੂਟ ਪਾਵਰ ਨਹੀਂ ਹੈ, ਉਸ ਦੇ ਵਿੱਚ ਵੀ ਐਕਟ ਦੇ ਵਿੱਚ ਲਿਖਿਆ ਹੋਇਆ ਕਿ ਪ੍ਰੈਜ਼ੀਡੈਂਟ ਆਫ ਇੰਡੀਆ ਜਾਂ ਵਿਜ਼ਟਰ ਵਿਲ ਅਪੁਆਇੰਟ ਦਾ ਵਾਈਸ ਚਾਂਸਲਰ ਆਫ ਦਾ ਸੈਂਟਰਲ ਯੂਨੀਵਰਸਿਟੀਜ਼
on the recommendation of the executive council of the university. ਜੀ ਡਾਕਟਰ ਸਾਹਿਬ, ਇੱਕ ਨਾ ਜੇ ਤੁਸੀਂ ਪ੍ਰੈਸ ਨੋਟ ਪੜ੍ਹਿਆ ਹੋਵੇ ਉਹਨਾਂ ਦਾ, ਉਹਨਾਂ ਨੇ ਗਵਰਨਰ ਸਾਹਿਬ ਨੇ ਉਹਦੇ ਵਿੱਚ ਕੋਟ ਕੀਤਾ ਹੈ ਕਿ UGC ਰੈਗੂਲੇਸ਼ਨ 2018, ਪਹਿਲਾਂ ਤਾਂ ਇਹ ਦੱਸੋ ਵੀ ਹੈ ਕੀ ਚੀਜ਼, ਤਾਂ ਫਿਰ ਉਹਨਾਂ ਨੇ ਉਹਦੇ ਵਿੱਚ ਨੋਟ 'ਚ ਪਾਇਆ, ਉਹਨਾਂ ਨੇ ਉਸ ਚੀਜ਼ ਦਾ ਹਵਾਲਾ ਦਿੱਤਾ ਅਗੇਨ ਸਮਝਾਓ। ਹੋ ਸਕਦਾ ਫਰੀਦਕੋਟ ਵਾਲੀ ਯੂਨੀਵਰਸਿਟੀ ਜਿੱਦਾਂ ਉਹ ਨਹੀਂ ਹੈ ਉਹਦੇ ਵਿੱਚ, ਉੱਥੇ ਸ਼ਾਇਦ ਉਹ ਵਧੀਆ ਫਿੱਟ ਬਹਿੰਦਾ ਹੋਵੇ, ਪਰ ਲੁਧਿਆਣੇ ਵਾਲੀ 'ਚ ਨਾ ਬਹਿੰਦਾ ਹੋਵੇ। ਕੀ ਕਹਿਣਾ ਚਾਹੋਗੇ ਇਹਦੇ ਵਿੱਚ? ਪਹਿਲਾਂ ਦੱਸੋ ਵੀ ਇਹ ਰੈਗੂਲੇਸ਼ਨ 2018 ਹੈ ਕੀ ਚੀਜ਼? ਦੇਖੋ, ਇਹਦੇ ਵਿੱਚ ਇੱਦਾਂ ਹੈ ਜੀ ਕਿ UGC ਐਕਟ ਹੈਗਾ ਜਿਹਦੇ ਅੰਡਰ ਯੂਨੀਵਰਸਿਟੀਆਂ ਗਵਰਨ ਹੁੰਦੀਆਂ ਨੇ, ਉਹਨਾਂ ਨੇ ਆਪਣਾ ਸਟੈਂਡਰਡ ਐਜੂਕੇਸ਼ਨ ਸਟੈਂਡਰਡਸ ਮੇਨ ਕਰਨ ਦੇ ਲਈ ਸਭ ਯੂਨੀਵਰਸਿਟੀ ਤੇ ਕਾਲਜਸ ਦੇ ਉੱਤੇ ਜਾਂ ਇੰਸਟੀਟਿਊਸ਼ਨ ਦੇ ਉੱਤੇ ਇੱਕ ਲਾਗੂ ਕਰਨ ਦੇ ਲਈ ਰੂਲਸ ਬਣਾਤੇ। ਪਹਿਲਾਂ 2010 'ਚ ਬਣਾਏ ਸੀ, ਫਿਰ ਉਹਨਾਂ 'ਚ ਅਮੈਂਡਮੈਂਟ ਕਰਕੇ 2014 'ਚ ਬਣਾਤੇ, ਤੇ ਹੁਣ ਜਿਹੜੇ ਬਾਅਦ 'ਚ ਬਣਾਏ ਇਹ ਬਣਾਏ 2018 ਦੇ ਵਿੱਚ, ਜਿਹੜੇ ਲੇਟੈਸਟ ਨੇ 2018 ਦੇ ਅਪਲਾਈ ਹੁੰਦੇ ਨੇ। ਉਸ ਦੇ ਵਿੱਚ ਉਹਨਾਂ ਨੇ ਅਪਾਇੰਟਮੈਂਟ ਆਫ ਦਾ ਵਾਈਸ ਚਾਂਸਲਰ, ਅਪਾਇੰਟਮੈਂਟ ਆਫ ਪ੍ਰੋਫੈਸਰਸ, ਅਪਾਇੰਟਮੈਂਟ ਆਫ ਐਸੋਸੀਏਟ ਪ੍ਰੋਫੈਸਰ, ਅਸਿਸਟੈਂਟ ਪ੍ਰੋਫੈਸਰਸ, ਲਾਇਬ੍ਰੇਰੀਅਨ, ਉਹਨਾਂ ਸਾਰਿਆਂ ਦੀਆਂ ਕੁਆਲੀਫਿਕੇਸ਼ਨ ਲਿਖੀਆਂ ਹੋਈਆਂ ਨੇ, ਔਰ ਉਹਨਾਂ ਸਾਰਿਆਂ ਦੇ ਪੇ ਸਕੇਲ ਜਿਹੜੇ ਆਪਾਂ ਅਨਾਉਂਸ ਕੀਤੇ ਜਾਂਦੇ ਨੇ 10 ਸਾਲ ਬਾਅਦ, ਉਹ ਸਾਰਿਆਂ ਬਾਰੇ ਜ਼ਿਕਰ ਕੀਤਾ ਹੋਇਆ ਹੈਗਾ ਉਹਦੇ ਵਿੱਚ। ਸੋ ਉਹਨਾਂ ਦੇ ਕੁਆਲੀਫਿਕੇਸ਼ਨਸ, ਉਹਨਾਂ ਦਾ ਪ੍ਰੋਸੀਜਰ ਸਿਲੈਕਸ਼ਨ ਦਾ, ਚਾਹੇ ਵਾਈਸ ਚਾਂਸਲਰ ਹੈ, ਚਾਹੇ ਰਜਿਸਟਰਾਰ ਹੈ, ਚਾਹੇ ਪ੍ਰੋਫੈਸਰ, ਐਸੋਸੀਏਟ ਪ੍ਰੋਫੈਸਰ, ਸਭ ਦਾ ਉਹ 'ਚ ਲੇ ਡਾਊਨ ਕੀਤਾ ਹੋਇਆ। ਸੋ ਜਿਹੜੇ ਗਵਰਨਰ ਸਾਹਿਬ ਨੇ ਆਪਣੇ ਪ੍ਰੈਸ ਨੋਟ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ, ਉਹ ਜਿਹੜੇ ਉਹਨਾਂ ਨੇ ਰੈਗੂਲੇਸ਼ਨ 7 ਨੂੰ ਰੈਫਰ ਕੀਤਾ, ਉਹਦੇ ਵਿੱਚ ਉਹ 'ਚ ਉਹਨਾਂ ਨੇ ਕਿ ਜਿਹੜਾ 7 'ਚ ਲਿਖਿਆ ਜੀ ਰੈਗੂਲੇਸ਼ਨ 'ਚ ਕਿ ਸਿਲੈਕਸ਼ਨ ਕਮੇਟੀ ਬਣਾਈ ਜਾਏਗੀ, ਆਪਣਾ ਸਰਚ ਕਮ ਸਿਲੈਕਸ਼ਨ ਕਮੇਟੀ ਬਣਾਈ ਜਾਏਗੀ, ਉਹ 3 ਬੰਦਿਆਂ ਦਾ ਪੈਨਲ ਤਿਆਰ ਕਰਕੇ ਚਾਂਸਲਰ ਨੂੰ ਅਪਰੂਵ ਦੇ ਲਈ। ਲੇਕਿਨ ਗਵਰਨਰ ਸਾਹਿਬ ਉਸ ਰੈਗੂਲੇਸ਼ਨ ਨੂੰ ਪੂਰਾ ਤਰ੍ਹਾਂ, ਇਸ ਜਿਹੜਾ ਤੁਸੀਂ ਪ੍ਰੈਸ ਨੋਟ ਕਰਦੇ ਹੋ ਚੰਗੀ ਤਰ੍ਹਾਂ ਪੜ੍ਹੋ, ਉਹਦੇ ਵਿੱਚ ਉਹਨਾਂ ਨੇ 7 ਰੈਗੂਲੇਸ਼ਨ ਪੂਰਾ ਨਹੀਂ ਕੋਟ ਕੀਤਾ ਹੈਗਾ, ਉੱਥੇ ਛੱਡ ਗਏ, ਉਹਦੇ ਵਿੱਚੋਂ ਇੱਕ ਆਖਰੀ ਲਾਈਨ ਛੱਡ ਗਏ। ਆਖਰੀ ਲਾਈਨ ਇਹ ਛੱਡ ਗਏ ਕਿ ਜਿਹੜਾ ਇਹ ਸਿਲੈਕਸ਼ਨ ਕਮ ਸਰਚ ਕਮ ਸਿਲੈਕਸ਼ਨ ਕਮੇਟੀ ਹੈਗੀ ਆ, ਉਹ ਜਿਹੜਾ 7ਵਾਂ ਰੈਗੂਲੇਸ਼ਨ ਹੈ, ਇਟ ਇਜ਼ ਐਪਲੀਕੇਬਲ ਓਨਲੀ ਟੂ ਦਾ ਸਟੇਟ ਯੂਨੀਵਰਸਿਟੀਜ਼, ਡੀਮਡ ਯੂਨੀਵਰਸਿਟੀਜ਼ ਐਂਡ ਪ੍ਰਾਈਵੇਟ ਯੂਨੀਵਰਸਿਟੀਜ਼। This regulation ਜਿਹੜਾ ਹੈਗਾ, it is not applicable to the central universities, ਕਿਉਂਕਿ ਸੈਂਟਰਲ ਯੂਨੀਵਰਸਿਟੀ ਬਣਦੀ ਹੈ ਸੈਂਟਰਲ ਐਕਟ ਦੇ ਅੰਡਰ, ਔਰ ਸੈਂਟਰਲ ਜਿਹੜਾ ਹੈਗਾ ਉਹ ਇਹ ਬਣਾਇਆ ਹੋਇਆ ਯੂਨੀਵਰਸਿਟੀਆਂ ਜਿਹਦੇ ਅੰਡਰ ਬਣਦੀਆਂ ਨੇ। ਸੋ ਜਿਹੜਾ ਗਵਰਨਰ ਸਾਹਿਬ ਨੇ ਅੱਗੇ ਜਾ ਕੇ ਵੀ ਜ਼ਿਕਰ ਕੀਤਾ ਨਾ, ਰੂਲ ਆਫ ਰੈਪਰੈਗਨੈਂਸੀ, ਇੱਕ ਰੂਲ ਆਫ ਰੈਪਰੈਗਨੈਂਸੀ ਦਾ ਉਹਨਾਂ ਨੇ ਕੀਤਾ ਕਿ ਸੁਪਰੀਮ ਕੋਰਟ ਨੇ ਬਣਾਇਆ ਹੋਇਆ, ਉਹ ਬਿਲਕੁਲ ਠੀਕ ਹੈ। ਉਹ ਕਿੱਥੇ ਲਾਗੂ ਹੁੰਦਾ ਹੈ? ਜਿਹੜਾ ਹੁਣ ਵੀ ਵੈਸਟ ਬੰਗਾਲ ਦੇ ਵਿੱਚ ਯੂਨੀਵਰਸਿਟੀ ਵਾਈਸ ਚਾਂਸਲਰ ਦਾ ਰੌਲਾ ਪੈ ਰਿਹਾ ਜਾਂ ਕੇਰਲਾ ਦੇ ਵਿੱਚ ਪੈ ਰਿਹਾ, ਉਹ ਰੂਲ ਲਾਗੂ ਹੁੰਦਾ। ਕਿਉਂ ਹੁੰਦਾ? ਕਿਉਂਕਿ ਉੱਥੇ ਜਿਹੜੀ ਯੂਨੀਵਰਸਿਟੀਆਂ ਬਣੀਆਂ ਨੇ ਉਹ ਸਟੇਟ ਐਕਟ ਦੇ ਅੰਡਰ ਬਣੀਆਂ ਨੇ, ਔਰ UGC ਦੇ ਰੈਗੂਲੇਸ਼ਨਸ ਬਣੇ ਹੋਏ ਨੇ ਸੈਂਟਰ ਦੇ ਐਕਟ ਦੇ ਅੰਡਰ। ਇਸ ਕਰਕੇ ਜਿੱਥੇ ਕਨਫਲਿਕਟ ਬਿਟਵੀਨ ਸੈਂਟਰ ਐਂਡ ਸਟੇਟ ਐਕਟ ਹੋਏਗਾ, ਉੱਥੇ ਸੈਂਟਰਲ ਐਕਟ ਲਾਗੂ ਕੀਤਾ ਜਾਏਗਾ ਜਾਂ ਸੈਂਟਰ ਦਾ ਕਾਨੂੰਨ ਲਾਗੂ ਕੀਤਾ ਜਾਏਗਾ। ਬਿਲਕੁਲ ਠੀਕ ਹੈ ਗੱਲ ਇਹ। ਲੇਕਿਨ ਇੱਥੇ ਤਾਂ ਜਿਹੜਾ ਡਿਸਪਿਊਟ ਹੈ ਉਹ ਸੈਂਟਰਲ ਐਕਟ ਵਰਸਸ ਸੈਂਟਰਲ ਐਕਟ ਹੈ। ਸੈਂਟਰਲ ਐਕਟ ਕਹਿ ਰਿਹਾ ਸਾਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਣਾਉਣ ਵੇਲੇ ਕਿ ਇਹਦੀ ਜਿਹੜੀ ਅਪਾਇੰਟਮੈਂਟ ਹੈ ਵਾਈਸ ਚਾਂਸਲਰ ਦੀ, ਉਹ ਬੋਰਡ ਕਰੇਗਾ, ਅਪਰੂਵਲ ਬੋਰਡ ਕਰੇਗਾ, ਰਾਈਟ। ਹੁਣ ਜੇ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ 7 ਰੈਗੂਲੇਸ਼ਨ ਹੈ ਉਹ 'ਚ ਸੈਂਟਰਲ ਯੂਨੀਵਰਸਿਟੀ ਦਾ ਐਕਟ ਵਰਡ ਨਹੀਂ ਪਾਇਆ। ਉਹ ਇਸੇ ਕਰਕੇ ਨਹੀਂ ਪਾਇਆ ਕਿ ਜਿਹੜਾ ਸੈਂਟਰਲ ਐਕਟ ਦੇ ਅੰਡਰ ਯੂਨੀਵਰਸਿਟੀਆਂ ਬਣ ਗਈਆਂ, ਉਹਦੇ ਤੇ UGC ਦੇ ਰੂਲ ਐਸ ਸੱਚ ਲਾਗੂ ਨਹੀਂ ਹੋਣਗੇ। ਹਾਰਮੋਨੀਅਸ ਕੰਸਟਰਕਸ਼ਨ ਹੋਏਗੀ, ਜਿੱਥੇ ਦੋਨੋਂ ਮਿਲਦੇ ਨੇ ਉੱਥੇ ਹੋਏਗਾ। ਲੇਕਿਨ ਜੇ ਦੋਨਾਂ 'ਚ ਕੋਈ ਕਨਫਲਿਕਟ ਹੈ ਤਾਂ ਇਹ ਵੀ ਰੂਲ ਹੈ ਲਾ ਦਾ ਕਿ ਜਿਹੜਾ ਸਪੈਸ਼ਲ ਲਾ ਬਣਦਾ ਹੈ ਔਰ ਇੱਕ ਜਰਨਲ ਲਾ। UGC ਐਕਟ ਇਜ਼ ਅ ਜਰਨਲ ਲਾ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਐਕਟ ਇਜ਼ ਅ ਸਪੈਸ਼ਲ ਲਾ। ਤੇ ਰੂਲ ਇਹ ਕਹਿੰਦਾ ਲਾਅ ਦਾ, ਸੁਪਰੀਮ ਕੋਰਟ ਦੀਆਂ ਜੱਜਮੈਂਟ ਇਹ ਕਹਿੰਦੀਆਂ ਨੇ ਕਿ ਉਸ ਕੇਸ ਦੇ ਵਿੱਚ ਜਿਹੜਾ ਸਪੈਸ਼ਲ ਐਕਟ ਦੇ ਅੰਡਰ ਜਾਂ ਸਪੈਸ਼ਲ ਲਾ ਜਿਹੜਾ ਹੈਗਾ ਉਹ ਜਰਨਲ ਲਾ ਤੇ ਲਾਗੂ ਹੋਏਗਾ। ਵਿਚ ਮੀਨਸ ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਐਕਟ ਦੇ ਵਿੱਚ ਲਿਖਿਆ ਹੋਇਆ ਉਹ UGC ਰੂਲ ਦੇ ਉੱਪਰ ਲਾਗੂ ਹੋਏਗਾ, ਉਹਨੂੰ ਓਵਰਰੂਲ ਕਰੇਗਾ। ਸੋ ਜਿਹੜਾ ਪ੍ਰੈਸ ਨੋਟ ਦੇ ਵਿੱਚ ਦੋਨੋਂ ਚੀਜ਼ਾਂ ਨੇ, ਇਹ ਸਮਝ ਕੇ ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇਜ਼ ਅ ਸਟੇਟ ਯੂਨੀਵਰਸਿਟੀ ਵਿਚ ਇਜ਼ ਨਾਟ ਟਰੂ। ਤੇ ਡਾਕਟਰ ਸਾਹਿਬ ਹੁਣ ਫਿਰ ਕਹਾਣੀ ਕਿੱਥੇ ਖੜੀ ਹੈ ਐਟ ਦਿਸ ਟਾਈਮ? ਮੈਂ ਹਾਲੇ ਇੱਕ ਕੁਐਸਚਨ ਹੈਗੀ, ਮੈਂ ਬਾਅਦ ਚ ਪੁੱਛਦਾ, ਕੁਇਕ ਬ੍ਰੇਕ ਤੋਂ ਬਾਅਦ ਪੁੱਛੂੰਗਾ। ਪਰ ਹੁਣ
ਜੇ ਮੰਨ ਲਓ ਅਗਰੀਮੈਂਟ ਡਿਸਐਗਰੀਮੈਂਟ ਚੱਲ ਰਿਹਾ ਆ, ਇਹ ਪੂਰਾ ਘਟਨਾਕ੍ਰਮ ਜੋ ਤੁਸੀਂ ਪਿਛੋਕੜ ਸਮਝਾਇਆ ਹੈ, ਸਟੇਟ ਗੌਰਮੈਂਟ ਦਾ ਇਹਦੇ ਵਿੱਚ ਕੋਈ ਖਾਸ ਲੈਣਾ ਦੇਣਾ ਹੈ ਨਹੀਂ, ਅਨਲੈਸ ਚੀਫ ਸੈਕਟਰੀ ਜਿਹੜਾ ਬੋਰਡ ਦਾ ਮੈਂਬਰ ਹੋਊਗਾ ਜੋ ਤੁਸੀਂ ਦੱਸਿਆ, ਠੀਕ ਹੈ, ਮੰਨਦੇ ਹੋ ਇਸ ਗੱਲ ਨੂੰ? ਉਹ ਚੀਫ ਸੈਕਟਰੀ ਦਾ ਕੋਈ ਰੋਲ ਕਿੰਨਾ ਕੁ ਹੋਊਗਾ, ਕਿਉਂਕਿ 14-15 ਬੰਦੇ ਜਿਹੜੇ ਬੋਰਡ ਦੇ ਮੈਂਬਰ ਆ, ਉਹਦੀ ਵਿਚਾਰੇ ਦੀ ਜਿੰਨੀ ਕੁ ਜੋ ਉਹਦੀ ਹੈਸੀਅਤ ਹੋਊਗੀ ਉਹ ਆਪਦੇ ਹਿਸਾਬ ਨਾਲ ਦੱਸ ਦੂਗਾ ਕਿ ਆਹ ਕਰ ਲਓ, ਉਹ ਕਰ ਲਓ, ਇਹ ਕਰ ਲਓ, ਉਹ ਕਰ ਲਓ, ਪਰ ਉਹਦੇ ਵਿੱਚ ਕਿਸੇ ਵਾਈਸ ਚਾਂਸਲਰ ਜਿਹੜਾ ਆਲਰੇਡੀ ਅਪੁਆਇੰਟਡ ਆ, ਉਹਦੀ ਜਿਹੜੀ ਕੈਂਸਲੇਸ਼ਨ ਆ ਜਾਣੀ, ਕਿੱਥੋਂ ਤੱਕ ਸਾਰਥਕ ਮੰਗਦੇ ਹੋ ਤੁਸੀਂ? ਜਿੱਥੇ ਤੱਕ ਸਵਾਲ ਹੈ ਨਾ ਜੀ, ਇਹ ਜਦੋਂ ਤਾਂ ਨਾਰਮਲ ਯੂਨੀਵਰਸਿਟੀ 'ਚ ਵਾਈਸ ਚਾਂਸਲਰ ਕੰਮ ਕਰ ਰਿਹਾ ਜਾਂ ਸਿਲੈਕਸ਼ਨ ਹੁੰਦੀ ਆ, ਉਸ ਵੇਲੇ ਜਿਹੜਾ ਪ੍ਰੈਜ਼ੈਂਟ ਵਾਈਸ ਚਾਂਸਲਰ ਜੇ ਹੈਗਾ ਤਾਂ ਉਹਨੇ ਮੀਟਿੰਗ ਪ੍ਰੈਜ਼ਾਈਡ ਓਵਰ ਕਰਨੀ ਹੁੰਦੀ ਹੈ। ਜੇ ਵਾਈਸ ਚਾਂਸਲਰ ਨਹੀਂ ਹੈਗਾ ਤਾਂ ਨੈਕਸਟ ਸੀਨੀਅਰ ਮੋਸਟ ਹਮੇਸ਼ਾ ਮੀਟਿੰਗ ਪ੍ਰੈਜ਼ਾਈਡ ਓਵਰ ਕਰਦਾ। ਸੋ ਉਹ ਜਦੋਂ ਨੈਕਸਟ ਜਿਹੜਾ ਸੀਨੀਅਰ ਮੋਸਟ ਹੈ ਉਹ ਹੈਗਾ ਜੇ ਚੀਫ ਸੈਕਟਰੀ ਆਫ ਪੰਜਾਬ ਗੌਰਮੈਂਟ, ਉਹਨੇ ਮੀਟਿੰਗ ਪ੍ਰੈਜ਼ਾਈਡ ਓਵਰ ਕੀਤੀ ਆ। ਹੁਣ ਗਵਰਨਰ ਸਾਹਿਬ ਦਾ ਇਹ ਕਹਿਣਾ ਕਿ ਉਹ ਨਹੀਂ ਕਰ ਸਕਦਾ, ਇਹ ਵੀ ਗਲਤ ਗੱਲ ਹੈਗੀ ਆ। ਔਰ ਤੀਜੀ ਗੱਲ ਜਿਹੜੀ ਇੰਪੋਰਟੈਂਟ ਹੈ, ਮੈਂ ਉਹ ਦੱਸਣੀ ਚਾਹੁੰਦਾ ਕਿ ਗਵਰਨਰ ਸਾਹਿਬ ਜਿਹੜੇ ਹੈਗੇ ਨੇ ਉਹ ਬੋਰਡ ਆਫ ਮੈਨੇਜਮੈਂਟ ਦੇ ਮੈਂਬਰ ਨਹੀਂ ਹੈਗੇ। ਜਿਹੜੇ ਗਵਰਨਰ ਸਾਹਿਬ ਨੇ ਉਹ ਹੀ ਸਿੰਪਲੀ ਐਨ ਆਨਰਰੀ ਚੇਅਰਮੈਨ, ਜਿਹੜਾ ਵਰਕਿੰਗ ਚੇਅਰਮੈਨ ਹੈ ਉਹ ਵਾਈਸ ਚਾਂਸਲਰ ਲਿਖਿਆ ਹੋਇਆ ਸੈਕਸ਼ਨ 15 ਦੇ ਵਿੱਚ। ਸੋ ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਇਹ ਸਿਰਫ ਇੱਕ ਆਨਰਰੀ ਪੋਸਟ ਹੈ। ਔਰ ਤੀਜੀ ਗੱਲ ਜਿਹੜੀ ਬਹੁਤ ਜ਼ਿਆਦਾ, ਚੌਥੀ ਬਹੁਤ ਇੰਪੋਰਟੈਂਟ, ਮੈਂ ਇੱਕ ਗੱਲ ਦੱਸਣੀ ਚਾਹੁੰਦਾ, ਭੁੱਲ ਨਾ ਜਾਈਏ ਆਪਾਂ, ਕਿ ਐਕਟ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਦ ਗਵਰਨਰ ਸ਼ੈਲ ਬੀ ਦ ਚਾਂਸਲਰ ਆਫ ਦ ਯੂਨੀਵਰਸਿਟੀ, he has the power prescribed under the act or as may be prescribed from time to time ਜੀ। ਸੋ ਉਹਨਾਂ ਦੀਆਂ ਪਾਵਰ ਐਬਸੋਲੂਟ ਨਹੀਂ ਹੈਗੀਆਂ। ਜੇ ਆਪਾਂ ਦੇਖੀਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਐਕਟ ਜਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਐਕਟ, ਤਾਂ ਉਹਦੇ ਸੈਕਸ਼ਨ 9 ਦੇ ਵਿੱਚ ਕਲੀਅਰ ਲਿਖਿਆ ਹੋਇਆ ਹੈ ਜੀ ਡਾਕਟਰ ਸਾਹਿਬ, ਕਨੈਕਸ਼ਨ ਬੜਾ ਪੂਰਾ ਜੀ, ਕਾਫੀ ਤੁਹਾਡੀ ਆਵਾਜ਼ ਸਹੀ ਨਹੀਂ ਆ ਰਹੀ, ਆਪਾਂ ਰੁਕਣਾ ਪੈ ਰਿਹਾ, ਕੁਇਕ ਬ੍ਰੇਕ ਲਈ ਆਪਾਂ ਰੁਕਣਾ ਪੈ ਰਿਹਾ। ਦਰਸ਼ਕੋ, ਸਾਡੇ ਨਾਲ ਬਣੇ ਹੋਏ ਨੇ ਮਾਨਯੋਗ ਡਾਕਟਰ ਦਲਜੀਤ ਸਿੰਘ ਜੀ, ਬਹੁਤ ਵਧੀਆ ਐਲੈਬੋਰੇਸ਼ਨ ਦੇ ਰਹੇ ਨੇ ਜਿਹੜੇ ਵਾਈਸ ਚਾਂਸਲਰਾਂ ਦੀ ਜਿਹੜੀ ਅਪੁਆਇੰਟਸ ਕਿੱਦਾਂ ਕੀਤੇ ਜਾਂਦੇ ਨੇ, ਪਰ ਰੁਕਣਾ ਪੈ ਰਿਹਾ ਛੋਟੀ ਜਿਹੀ ਬ੍ਰੇਕ ਲਈ। ਦੇ ਬਣੇ ਰਹੋ ਜਸ ਪੰਜਾਬੀ ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫਿਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਮੈਂ ਤੁਹਾਡਾ ਗੁਰਲਾਲ ਬਣੇ ਹੋਏ ਡਾਕਟਰ ਦਲਜੀਤ ਸਿੰਘ। ਡਾਕਟਰ ਸਾਹਿਬ, ਆਪਾਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀ, ਤੁਸੀਂ ਸਾਰਾ ਘਟਨਾਕ੍ਰਮ ਸਮਝਾਇਆ, ਸਾਰਾ ਕੁਝ ਕੀਤਾ ਕਿ ਇੱਥੇ ਅੱਡ ਯੂਨੀਵਰਸਿਟੀਆਂ ਦੇ ਅੱਡ ਜਿਹੜੇ ਹੈਗੇ ਆ ਉਹ ਐਕਟ ਬਣੇ ਹੋਏ ਆ, ਇਹ ਆ ਉਹ ਆ। ਗੱਲ ਆ ਜਾਈਏ ਹੁਣ, ਜੇ ਤੁਸੀਂ ਇੱਕ ਤਾਂ ਕੁਐਸਚਨ ਇਹ ਖੜਾ ਹੋ ਜਾਂਦਾ ਵੀ ਚਲੋ ਜਿਹੜੀ ਤੁਸੀਂ ਨੰਬਰ 3 ਤੇ ਯੂਨੀਵਰਸਿਟੀ ਜਿਹੜੀ ਕੈਟਾਗਰੀ 'ਚ ਦਿੱਤੀ ਸੀਗੀ ਤੇ ਪ੍ਰਾਈਵੇਟ ਯੂਨੀਵਰਸਿਟੀ, ਉਹਨਾਂ ਦਾ ਫਿਰ ਅੱਡ ਹਿਸਾਬ ਕਿਤਾਬ ਹੁੰਦਾ ਹੋਊਗਾ ਵਾਈਸ ਚਾਂਸਲਰ ਲਾਉਣ ਦਾ, ਨੰਬਰ 1। ਨੰਬਰ 2, ਇਹ ਸਾਰੀਆਂ ਚੀਜ਼ਾਂ ਤੁਸੀਂ ਇਕੱਠੀ ਆਨਸਰ ਕਰਦੇ ਹੋ, ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੇ ਵਿਦਿਅਕ ਅਦਾਰੇ ਨਾਲ ਲੋਕ ਸਹਾਨੂਭੂਤੀ ਰੱਖਦੇ ਆ, ਤੁਹਾਡੇ ਵਰਗੇ ਲੋਕ ਜਿਹੜਾ ਨੇ ਸਾਰੀ ਉਮਰ ਇਹਨਾਂ ਚੀਜ਼ਾਂ 'ਚ ਕੱਢੀ ਹੈ, ਉਹਨਾਂ ਵਿੱਚ ਤਾਂ ਨਿਰਾਸ਼ਤਾ ਦੇਖਣ ਨੂੰ ਮਿਲ ਹੀ ਰਹੀ ਹੈ, ਉਹਦਾ ਕੀ ਇਲਾਜ ਹੈ? ਫਿਲਹਾਲ ਜੀ ਦੋਨਾਂ ਕੁਐਸਚਨ ਦਾ ਮੈਂ ਜਵਾਬ ਦੇ ਰਿਹਾ। ਪਹਿਲੀ ਗੱਲ, ਜਿੱਥੇ ਤੱਕ ਪ੍ਰਾਈਵੇਟ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਅਪਾਇੰਟਮੈਂਟ ਕਰਨ ਦਾ ਸਵਾਲ ਹੈਗਾ, ਉਹਦਾ ਵੱਖਰਾ ਪ੍ਰੋਸੀਜਰ ਹੈ, ਉਹਦੇ ਵਿੱਚ ਗਵਰਨਰ ਸਾਹਿਬ ਦਾ ਕੋਈ ਰੋਲ ਨਹੀਂ ਹੈਗਾ। ਗਵਰਨਰ ਸਾਹਿਬ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿਜ਼ਟਰਸ ਦੇ ਤੌਰ ਤੇ ਉਹਨਾਂ ਨੂੰ ਮਤਲਬ ਸਟੇਟਸ ਦਿੱਤਾ ਗਿਆ, ਤੇ ਜਿਹੜਾ ਚੇਅਰਮੈਨ ਹੁੰਦਾ ਉਸ ਟਰਸਟ ਦਾ ਜਾਂ ਸੁਸਾਇਟੀ ਜਾਂ ਕੰਪਨੀ, ਕਿਉਂਕਿ ਪ੍ਰਾਈਵੇਟ ਯੂਨੀਵਰਸਿਟੀਆਂ ਕਿਸੇ ਕੰਪਨੀ ਜਾਂ ਟਰਸਟ ਜਾਂ ਸੁਸਾਇਟੀ ਵੱਲੋਂ ਬਣਾਈ ਜਾ ਸਕਦੀਆਂ ਨੇ। ਜੇ whosoever is the chairman of that, he shall be the chancellor of the university। ਸੋ ਉੱਥੇ ਜਿਹੜੀ ਡਿਪਾਰਟਮੈਂਟ ਹੈ ਉਹ ਲੋਕਲ ਲੈਵਲ ਤੱਕ ਰਹਿ ਜਾਂਦੀ ਹੈ, ਯੂਨੀਵਰਸਿਟੀ ਦੇ ਆਪਣੇ ਮਾਲਕ ਤੱਕ ਕਹਿ ਲਓ ਜੇ ਪੰਜਾਬੀ ਜਾਂ ਆਪਾਂ ਕਹਿਣਾ ਹੋਵੇ, ਸਿਰਫ ਉੱਥੇ ਤੱਕ ਦੇ ਤੌਰ ਤੇ ਸਿਰਫ ਹੁੰਦੀ ਹੈ ਤਾਂ ਉਹਨੂੰ ਪ੍ਰੈਜ਼ਾਈਡ ਓਵਰ ਕਰਦੇ ਨੇ। ਤੇ ਦੂਸਰਾ ਜਿਹੜਾ ਤੁਸੀਂ ਗੱਲ ਕੀਤੀ ਸੀਗੀ ਕਿ ਮੇਰਾ ਖਿਆਲ ਦੂਸਰੀ ਕਿਹੜਾ ਪੁਆਇੰਟ ਹੈ ਤੁਹਾਡਾ? ਹੈਲੋ, ਹਾਂਜੀ, ਦੂਜਾ ਜਿਹੜਾ ਮੇਰਾ ਕੁਐਸਚਨ ਇਹ ਸੀਗਾ ਡਾਕਟਰ ਸਾਹਿਬ ਕਿ ਨਿਰਾਸ਼ਤਾ ਤਾਂ ਦੇਖਣ ਨੂੰ ਮਿਲ ਹੀ ਰਹੀ ਹੈ ਨਾ, ਵੀ ਜਿਹੜੇ ਤੁਹਾਡੇ ਵਰਗੇ ਲੋਕ ਨੇ, ਬਹੁਤ ਲੋਕ ਜਿਹੜੇ ਇਸ ਅਦਾਰੇ ਨਾਲ, ਇਹਨਾਂ ਵਿਦਿਅਕ ਅਦਾਰਿਆਂ ਨਾਲ ਜੁੜੇ ਹੋਏ ਆ, ਜਦੋਂ ਇਦਾਂ ਦਾ ਕੋਈ ਚੀਜ਼ ਬਣ ਜਾਂਦੀ, ਮਸਲਾ ਬਣ ਜਾਂਦਾ, ਉਹਨਾਂ ਦੇ ਵਿੱਚ ਨਿਰਾਸ਼ਤਾ ਦੇਖਣ ਨੂੰ ਬਹੁਤ ਜ਼ਿਆਦਾ ਮਿਲਦੀ ਹੈ, ਉਹਦਾ ਕੀ ਇਲਾਜ ਹੋਵੇ? ਨੰਬਰ 1। ਨੰਬਰ 2, ਫਿਰ ਆਪਾਂ ਚੱਲਦੇ ਹਾਂ ਅੱਗੇ, ਕਿਉਂਕਿ ਤੁਸੀਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੀ ਗੱਲ ਕੀਤੀ, ਮੰਨ ਲਓ ਵੀ ਪਹਿਲਾਂ ਤੁਸੀਂ ਇਹ ਨਿਰਾਸ਼ਤਾ 'ਤੇ ਕੁਝ ਕਹਿਣਾ ਚਾਹੋ ਤਾਂ ਜ਼ਰੂਰ ਕਹੋ ਜੀ। ਹਾਂ ਗੁਲਾਲ ਜੀ, ਇਹ ਬਿਲਕੁਲ ਸਹੀ ਹੈ ਤੁਹਾਡੀ ਗੱਲ ਕਿ ਐਜੂਕੇਸ਼ਨ ਇੱਕ ਬੜਾ ਹੀ ਪਵਿੱਤਰ ਪ੍ਰੋਫੈਸ਼ਨ ਹੈ, ਔਰ ਇਸ ਦੇ ਵਿੱਚ ਇਸ ਤਰੀਕੇ ਦੀ ਲੋਅਰ ਲੈਵਲ ਦੀ ਪੋਲਿਟਿਕਸ ਆ ਕੇ ਉਸ ਨੂੰ ਡਿਸਟਰਬ ਕਰੇ, ਬਹੁਤ ਦੁਖਦਾਈ ਹੈ, ਖਾਸ ਤੌਰ ਤੇ ਹਰ ਅਕੈਡਮਿਸ਼ੀਅਨ ਨੂੰ, ਮੇਰੇ ਵਰਗੇ ਨੂੰ, ਜਿਹਨੇ ਆਪਣੀ ਜ਼ਿੰਦਗੀ ਦੇ 37-38 ਸਾਲ ਐਜੂਕੇਸ਼ਨ 'ਚ ਦਿੱਤੇ ਨੇ। ਸੋ ਇਸ ਕਰਕੇ ਹੀ ਮੈਂ ਇਹ ਸਾਰਾ ਅਮਰੀਕਾ 'ਚ ਬੈਠਾ, ਪਰ ਫਿਰ ਵੀ ਮੈਂ ਕੋਸ਼ਿਸ਼ ਕੀਤੀ ਹੈ ਕਿ ਜੋ ਇਹਨੂੰ ਰਿਜ਼ੋਲਵ ਕੀਤਾ ਜਾਵੇ।
ਕਿਉਂਕਿ ਰਿਜ਼ੋਲਵ ਕਰਨ ਦਾ ਸਿਰਫ ਇੱਕੋ ਤਰੀਕਾ ਸੀਗਾ ਕਿ ਗਵਰਨਰ ਸਾਹਿਬ ਦੇ, ਦੇਖੋ ਗਵਰਨਰ ਸਾਹਿਬ ਆਪ ਸਾਰਾ ਕੁਝ ਹੋ ਸਕਦਾ ਨਾ ਪਤਾ ਹੋਵੇ ਉਹਨਾਂ ਨੂੰ। ਜੇ ਉਹ ਪਹਿਲਾਂ ਤਾਮਿਲਨਾਡੂ ਦੀ ਗੱਲ ਕਰਦੇ ਨੇ ਕਿ ਮੈਂ ਉੱਥੇ 27 ਅਪਾਇੰਟਮੈਂਟ ਕੀਤੀਆਂ ਜਾਂ ਜੋ ਵੀ ਕੀਤੀਆਂ ਵਾਈਸ ਚਾਂਸਲਰ ਦੀਆਂ, ਉਹ ਸਟੇਟ ਯੂਨੀਵਰਸਿਟੀਆਂ ਸੀ। ਲੇਕਿਨ ਗਵਰਨਰ ਸਾਹਿਬ ਇੰਨੇ ਟੈਕਨੀਕਲ ਨਹੀਂ ਨੌਲੇਜ ਵਾਲੇ ਹੋ ਸਕਦੇ ਕਿ ਉਹਨਾਂ ਨੂੰ ਸੈਂਟਰ ਯੂਨੀਵਰਸਿਟੀ ਤੇ ਸਟੇਟ ਯੂਨੀਵਰਸਿਟੀ ਦੇ ਸਟੇਟਸ ਦਾ ਫਰਕ ਪਤਾ ਹੋਵੇ। ਨਹੀਂ ਤਾਂ ਕਦੇ ਨਹੀਂ ਹੋ ਸਕਦਾ ਕਿ ਜੋ ਪ੍ਰੈਸ ਨੋਟ ਹੈ ਰਿਟਨ ਦੇ ਵਿੱਚ ਇਹ ਦਿੱਤਾ ਜਾਵੇ ਕਿ ਜੀ ਇਹਨਾਂ ਦਾ ਜੋ ਡਿਸਪਿਊਟ ਹੈ ਉਹਦੇ ਵਿੱਚ ਰੂਲ ਆਫ ਰਿਪਰੈਜ਼ੈਂਸੀ ਲਾਗੂ ਹੋਏਗਾ। ਉਹ ਤਾਂ ਇੱਕ ਸਿੰਪਲ ਜਿਹਾ ਰੂਲ ਹੈ ਕਿ ਜੇ ਸਟੇਟ ਸੈਂਟਰਲ ਡਿਸਪਿਊਟ ਲਾਗੂ ਹੁੰਦਾ। ਸੋ ਇਟ ਇਜ਼ ਵੈਰੀ ਅਨਫੋਰਚੂਨੇਟ। ਉਧਰੋਂ ਜਦੋਂ ਭਗਵੰਤ ਮਾਨ ਜੀ ਜਵਾਬ ਦੇ ਰਹੇ ਨੇ ਚਿੱਠੀ ਦਾ ਗਵਰਨਰ ਸਾਹਿਬ ਦਾ, ਉਹ ਲਿਖਿਆ ਪਾਠ ਕਿਤੇ ਯੂਨੀਵਰਸਿਟੀ ਨੂੰ ਸੈਂਟਰ ਯੂਨੀਵਰਸਿਟੀ ਨਹੀਂ ਕਿਹਾ, ਕਿਤੇ ਉਹਨਾਂ ਨੇ ਇਹ ਕੋਰਟ ਨਹੀਂ ਕੀਤੀਆਂ ਸੈਕਸ਼ਨ। ਔਰ ਇਸੇ ਕਰਕੇ ਮੈਂ ਜਿਹੜੀਆਂ ਪਹਿਲਾਂ ਇੰਟਰਵਿਊ ਵੀ ਦਿੱਤੀਆਂ ਨੇ, ਮੈਂ ਆਰਟੀਕਲ ਵੀ ਆਪਣੇ ਜਿਹੜੇ ਲਿਖੇ ਸੀ, ਜਿਹੜੇ ਛਪੇ ਨੇ ਪੰਜਾਬ ਦੀਆਂ ਅਖਬਾਰਾਂ 'ਚ ਵੀ ਛਪੇ ਨੇ, ਔਰ ਆਪਣਾ ਉਹ ਪਹੁੰਚ ਚੁੱਕੇ ਨੇ, ਗਵਰਨਰ ਆਫਿਸ ਵੀ ਪਹੁੰਚ ਚੁੱਕੇ ਨੇ। ਤੇ ਮੈਨੂੰ ਜਦ ਤੱਕ ਦੱਸਿਆ ਉਹਨਾਂ ਦੇ ਆਡੀਟਰਸ ਨੇ ਕਿ ਉਹ ਚੀਫ ਮਿਨਿਸਟਰ ਆਫਿਸ ਵੀ ਪਹੁੰਚ ਚੁੱਕੇ ਨੇ। ਲੇਕਿਨ ਮੈਨੂੰ ਕਿਸੇ ਨੇ ਨੰਬਰ ਦਿੱਤਾ ਜੀ, ਹੁਣ ਮੈਂ ਦੱਸਾਂ ਕਿਸੇ IAS ਆਫੀਸਰ ਜਿਹੜਾ ਕਿ ਚੀਫ ਮਿਨਿਸਟਰ ਸਾਹਿਬ ਦੇ ਆਫਿਸ ਦੇ ਵਿੱਚ ਹੈ, ਮੈਂ ਉਹਨਾਂ ਨੂੰ, ਉਹ ਕਹਿੰਦੇ ਜੀ ਬਹੁਤ ਚੰਗੇ ਨੇ, ਤੁਸੀਂ ਉਹਨਾਂ ਨੂੰ ਕਹੋ। ਮੈਂ ਇੱਕੋ ਗੱਲ ਤੇ ਗਵਰਨਰ ਸਾਹਿਬ ਆਫਿਸ ਨੂੰ ਇਹ ਕਲੀਅਰ ਕਰ ਦੋ ਕਿ ਜੀ ਇਹ ਸੈਂਟਰ ਯੂਨੀਵਰਸਿਟੀ ਹੈ, ਇਹਦੇ 'ਚ ਤੁਹਾਡਾ ਜਾਂ ਮੇਰਾ ਕੋਈ ਰੋਲ ਨਹੀਂ ਹੈਗਾ। ਉਹਨੂੰ ਪ੍ਰੋਵੀਜ਼ਨ ਕੋਟ ਕਰੋ ਔਰ ਸੁਪਰੀਮ ਕੋਰਟ ਦੀਆਂ ਜੱਜਮੈਂਟ ਕੋਟ ਕਰ ਦਿਓ। ਤਾਂ ਮੈਨੂੰ ਲੱਗਦਾ ਕਿ ਆਪਣੇ ਆਪ ਗਵਰਨਰ ਹਾਊਸ ਤੁਹਾਨੂੰ ਬਿਠਾ ਕੇ 2 ਸਟੈਪ ਮੈਂ ਦੱਸੇ ਉਸ ਦੇ ਵਿੱਚ। ਲੇਕਿਨ ਉਹ ਮੁੜ ਕੇ ਸਾਨੂੰ IAS ਸਾਹਿਬ ਨੇ ਮੈਨੂੰ ਇਹਨਾਂ ਦਾ ਜਵਾਬ ਦੇ ਦਿੱਤਾ ਕਿ ਆਈ ਵਿਲ ਵਾਚ ਯੂਅਰ ਵੀਡੀਓ, ਪਰ ਮੁੜ ਕੇ ਉਹਨਾਂ ਨੇ ਕੋਈ ਕੰਟੈਕਟ ਨਹੀਂ ਕੀਤਾ ਇਰਰਿਸਪੈਕਟ ਆਫ ਮਾਈ ਰਿਪੀਟਡ ਕਾਲਸ ਔਰ ਮੈਸੇजेस। ਐਨੀਹਾਓ ਦੂਜੇ ਪਾਸੇ ਇੱਕ ਪੰਜਾਬ ਦੇ ਕੋਈ MLA ਹੈਗੇ ਨੇ ਪੁਰਾਣੇ, ਉਹ ਮੇਰੇ ਦੋਸਤ ਨੇ, ਮੇਰੇ ਕਲਾਸ ਫੈਲੋ ਨੇ, ਅਸੀਂ ਇਕੱਠੇ ਪੜ੍ਹੇ ਹੋਏ ਆ। ਉਹਨਾਂ ਨੇ ਮੈਨੂੰ ਕਿਹਾ ਸੀ ਜੀ ਦਲਜੀਤ ਤੂੰ ਮੈਨੂੰ ਦੱਸ ਕੇ ਕੀ ਹੋ ਸਕਦਾ ਹੈ ਰਿਜ਼ੋਲਵ ਕਰਨ ਦੇ ਲਈ। ਹੀ ਇਜ਼ ਐਜੂਕੇਟਡ, ਹੀ ਇਜ਼ ਵੈਰੀ ਨਾਈਸ ਪਰਸਨ। ਮੈਂ ਕਿਹਾ ਤੁਸੀਂ ਇੱਦਾਂ ਕਰ ਲਓ ਕਿ ਗਵਰਨਰ ਸਾਹਿਬ, ਕਹਿੰਦੇ ਮੈਂ ਗਵਰਨਰ ਸਾਹਿਬ ਨਾਲ ਮੇਰੀ ਮੀਟਿੰਗ ਹੈ। ਮੈਂ ਕਿਹਾ ਜੀ ਗਵਰਨਰ ਸਾਹਿਬ ਨੂੰ ਤੁਸੀਂ ਦੱਸੋ ਕਿ ਤੁਹਾਡੀਆਂ ਪਾਵਰ ਨਹੀਂ ਹੈਗੀਆਂ, ਇਹ ਐਕਟ ਸੈਂਟਰ ਦਾ ਐਕਟ ਹੈਗਾ। ਉਸ ਤੋਂ ਬਾਅਦ ਕੈਨ ਯੂ ਗੋ ਟੂ ਦਾ ਚੀਫ ਮਿਨਿਸਟਰ? ਕਹਿੰਦੇ ਜੀ ਹਾਂ ਮੈਂ ਜਾ ਸਕਦਾ। ਮੈਂ ਕਿਹਾ ਜੀ ਚੀਫ ਮਿਨਿਸਟਰ ਸਾਹਿਬ ਨੂੰ ਜਾ ਕੇ ਦੱਸੋ ਕਿ ਤੁਸੀਂ ਆਪਾਂ ਐਜੂਕੇਸ਼ਨ ਦਾ ਪੱਠਾ ਨਾ ਬਿਠਾਈਏ ਪੰਜਾਬ 'ਚ, ਤੁਸੀਂ ਉਹਨਾਂ ਆ ਪਾਵਰਾਂ ਤੁਹਾਡੀਆਂ ਨਹੀਂ ਹੈਗੀਆਂ ਜਾਂ ਮੇਰੀਆਂ ਨਹੀਂ ਹੈਗੀਆਂ, ਮੈਂ ਡਰਾਫਟ ਕਰ ਦਿੰਦਾ ਇੱਥੇ, ਮੈਂ ਭੇਜ ਦਿੰਦਾ, ਲੈ ਕੇ ਜਾਣ। ਤੇ ਉਸ ਤੋਂ ਬਾਅਦ ਇੱਕ ਮੀਟਿੰਗ ਮੰਗ ਲੈਣ ਕਿ ਜੀ ਆਪਾਂ ਬੈਠ ਕੇ ਆਈ ਵਾਂਟ ਟੂ ਵਿਜ਼ਿਟ ਯੂਅਰ ਆਫਿਸ, ਕਿਉਂਕਿ ਗਵਰਨਰ ਇਜ਼ ਏ ਕਨਸਟੀਟਿਊਸ਼ਨਲ ਹੈਡ। ਦੋਨੋਂ ਇਕੱਠੇ ਬੈਠ ਜਾਓ, ਆਪਸ ਵਿੱਚ ਕਲੈਰਿਟੀ ਕਰ ਲਓ ਤੇ ਇਹ ਪੰਗਾ ਖਤਮ ਹੋ ਜਾਏਗਾ। ਨਾਟ ਟੂ ਹੀ ਮੈਟ ਦਾ ਗਵਰਨਰ, ਹੀ ਟੋਲਡ ਮੀ, ਪਰ ਉਸ ਤੋਂ ਬਾਅਦ ਚੀਫ ਮਿਨਿਸਟਰ ਸਾਹਿਬ ਨਾਲ ਗੱਲ ਹੋਈ ਹੈ ਜਾਂ ਨਹੀਂ ਹੋਈ ਹੈ, ਕੁਛ ਇੱਕ ਦਿਨਾਂ ਦੀ ਉਹ ਗੱਲ ਆ, ਮੈਨੂੰ ਨਹੀਂ ਉਸ ਗੱਲ ਦਾ ਪਤਾ। ਬਟ ਆਈ ਵਿਸ਼ ਕਿ ਕੋਈ ਨਾ ਕੋਈ ਮੀਡੀਏਟਰ ਪੈ ਕੇ, ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਇਸ ਦੇ ਵਿੱਚ ਮੀਡੀਏਟਰ ਆਪਾਂ ਨੂੰ ਅਮਰੀਕਾ 'ਚ ਪਤਾ ਕਿ 95% ਕੇਸਿਸ ਮੀਡੀਏਟਰਸ ਰਾਹੀਂ ਰਿਜ਼ੋਲਵ ਕੀਤੇ ਜਾਂਦੇ ਨੇ, ਕੋਰਟ 'ਚ ਤਾਂ ਬਹੁਤ ਘੱਟ। CM ਆਫਿਸ ਵਾਲੇ ਆਪਣੀ ਗਲਤੀ ਮੰਨਣਗੇ, ਜੋ ਉਹ ਲਿਖ ਕੇ ਚਿੱਠੀਆਂ ਪਾ ਰਹੇ ਨੇ, ਨਾ ਗਵਰਨਰ ਆਫਿਸ ਵਾਲੇ ਮੰਨਣ ਨੂੰ ਤਿਆਰ। ਜਿਹੜੇ ਬੰਦੇ ਸੱਚਾਈ ਗਵਰਨਰ ਸਾਹਿਬ ਨੂੰ ਦੱਸ ਸਕਣ ਤੇ ਚੀਫ ਮਿਨਿਸਟਰ ਸਾਹਿਬ ਨੂੰ ਦੱਸ ਸਕਣ ਲੀਗਲ ਪੋਜੀਸ਼ਨ ਹੈ, ਇਹਨੂੰ ਰਿਜ਼ੋਲਵ ਇਸ ਤਰੀਕੇ ਨਾਲ ਕੀਤਾ ਜਾਵੇ। ਮੈਨੂੰ ਨਹੀਂ ਲੱਗਦਾ ਕੋਈ ਔਖੀ ਗੱਲ ਹੈਗੀ ਹੈ। ਜੀ ਡਾਕਟਰ ਸਾਹਿਬ ਬੜਾ ਵਧੀਆ ਤੁਸੀਂ ਦੱਸਿਆ ਕਿ ਇਲਾਜ ਵੀ ਕੀ ਹੋ ਸਕਦਾ, ਇਹ ਵੀ ਹੋ ਸਕਦਾ। 2 ਗੱਲਾਂ ਖੜੀਆਂ ਹੋ ਜਾਂਦੀਆਂ ਆਪਣੇ ਕੋਲ, ਹੈਗੇ 2-4 ਮਿੰਟ ਹਲੇ ਹੋਰ। 2 ਗੱਲਾਂ, ਇੱਕ ਤਾਂ ਇਹ ਸਮਝਾਇਓ ਕਿ ਜਿੰਨਾ ਕੁਛ ਤੁਸੀਂ ਦੱਸਿਆ ਉਹਦੇ ਵਿੱਚ ਇਹ ਮੈਨੂੰ ਕਿਤੇ ਨਹੀਂ ਲੱਗਿਆ ਕਿ ਜਿੱਦਾਂ ਕਿਸੇ ਸਟੇਟ ਦਾ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਹੁੰਦਾ, ਜਿਹੜਾ ਸਿੱਖਿਆ ਵਿਭਾਗ ਹੁੰਦਾ ਕਿਸੇ ਵੀ ਰਾਜ ਦਾ, ਉਹਦਾ ਕੋਈ ਬਾਹਲਾ ਲੈਣਾ ਦੇਣਾ ਇਹਨਾਂ ਅਪੁਆਇੰਟਮੈਂਟਸ ਦੇ ਵਿੱਚ ਹੁੰਦਾ ਆ। ਕਿ ਜਿਹੜਾ ਸਿੱਖਿਆ ਮੰਤਰੀ ਹੁੰਦਾ, ਐਜੂਕੇਸ਼ਨ ਮਿਨਿਸਟਰ ਹੁੰਦਾ, ਉਹਦੀ ਜੁਰਿਸਡਿਕਸ਼ਨ ਹੁੰਦੀ ਹੈ ਇਹਦੇ ਵਿੱਚ, ਕੋਈ ਭਾਗੀਦਾਰੀ ਹੁੰਦੀ ਹੈ? ਮੇਰਾ ਖਿਆਲ ਨਹੀਂ ਕਿ ਤੁਹਾਨੂੰ ਲੱਗਦਾ ਕਿ ਉਹਨਾਂ ਦੀ ਕੋਈ ਇੰਪੋਰਟੈਂਸ ਵੀ ਚਾਹੀਦੀ ਵਿੱਚ, ਕਿਉਂਕਿ ਉਹ ਉਸ ਸਟੇਟ ਦੇ ਵਸਿੰਦਿਆਂ ਦਾ ਇੱਕ ਰੈਪਰੈਜ਼ੈਂਟੇਟਿਵ ਹੁੰਦਾ ਹੈ। ਦੇਖੋ ਇੱਦਾਂ ਜੀ ਕਿ ਐਕਚੁਅਲੀ ਇਹ ਕੋਸ਼ਿਸ਼ ਕੀਤੀ ਗਈ ਹੈ ਕਾਨੂੰਨ ਦੁਆਰਾ ਵੀ ਕਿ ਜਿਹੜੇ ਵਾਈਸ ਚਾਂਸਲਰ ਜਾਂ ਉਹਦੀ ਅਪੁਆਇੰਟਮੈਂਟ ਜਾਂ ਜਿਹੜੀ ਫੰਕਸ਼ਨਿੰਗ ਆਫ ਦਾ ਯੂਨੀਵਰਸਿਟੀ ਹੈ ਉਸ ਨੂੰ ਅਸੀਂ ਇੰਡੀਪੈਂਡੈਂਟ ਸਟੇਟਸ ਦੇ ਤੌਰ ਤੇ ਰੱਖੀਏ, ਉਹਦੇ ਵਿੱਚ ਜ਼ਿਆਦਾ ਦਖਲ ਅੰਦਾਜ਼ੀ ਪੋਲੀਟਿਕਸ ਦੀ ਨਾ ਹੋਵੇ। ਕੋਸ਼ਿਸ਼ ਇਹ ਕੀਤੀ ਗਈ ਹੈ, ਜਿੰਨੇ ਵੀ ਰੂਲਸ ਰੈਗੂਲੇਸ਼ਨਸ ਬਣੇ ਹੋਏ ਨੇ। ਔਰ ਉਹਦੇ ਵਿੱਚ ਜਦੋਂ ਅਸੀਂ ਸਟੇਟ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਅਪੁਆਇੰਟਮੈਂਟ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਜਿਹੜੀ ਫਾਈਲ ਜਾਂਦੀ ਹੈ ਉਹ ਥਰੂ ਚੀਫ ਮਿਨਿਸਟਰ ਆਫਿਸ ਜਾਂਦੀ ਹੈ।
ਔਰ ਜੋ ਲਿਖਿਆ ਹੋਇਆ ਸੈਕਸ਼ਨ 9 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਜਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਉਹ 'ਚ ਲਿਖਿਆ ਹੋਇਆ ਕਿ ਦ ਚਾਂਸਲਰ ਸ਼ੈਲ ਅਪੁਆਇੰਟ ਦ ਵਾਈਸ ਚਾਂਸਲਰ ਆਫ ਦ ਯੂਨੀਵਰਸਿਟੀ ਔਨ ਦ ਐਡਵਾਈਸ ਆਫ ਦ ਸਟੇਟ ਗਵਰਨਮੈਂਟ। ਉੱਥੇ ਰੋਲ ਆ ਜਾਂਦਾ, ਉੱਥੇ ਚਾਹੇ ਐਜੂਕੇਸ਼ਨ ਮਿਨਿਸਟਰ ਦਾ ਲਾ ਲਓ ਜਾਂ CM ਦਾ ਲਾ ਲਓ ਜਾਂ ਐਜੂਕੇਸ਼ਨ ਡਿਪਾਰਟਮੈਂਟ ਪਾਵਰ ਨਹੀਂ ਹੈਗੀਆਂ। ਉਹਦੇ ਵਿੱਚ UGC ਦੇ ਰੂਲ ਲਾਗੂ ਹੋਣਗੇ ਸਟੇਟ ਯੂਨੀਵਰਸਿਟੀਆਂ 'ਚ, ਜਿਹਦੇ ਮੁਤਾਬਕ ਸਰਚ ਕਮ ਸਿਲੈਕਸ਼ਨ ਕਮੇਟੀ ਬਣਾਉਣੀ ਪਏਗੀ ਔਰ ਉਹ 3 ਆਪਣਾ ਕਹਿ ਲਓ ਵੀ ਪੈਨਲ ਬਣਾ ਕੇ ਭੇਜਣਗੇ ਟੂ ਦਾ ਚੀਫ ਮਿਨਿਸਟਰ ਆਫਿਸ, ਤੇ ਚੀਫ ਮਿਨਿਸਟਰ ਆਫਿਸ ਨੇ ਅੱਗੇ ਗਵਰਨਰ ਨੂੰ ਫਾਈਲ ਭੇਜ ਕੇ, ਜਿਹੜਾ ਕਿ ਆਮ ਹੁੰਦਾ ਹੈ, ਅੱਗੇ ਆਰਾਮ ਨਾਲ ਇੱਕ ਬੰਦੇ ਦਾ ਨਾਮ ਭੇਜ ਦਿੰਦੇ ਸੀ, ਉੱਥੇ ਅਪਰੂਵਲ ਹੋ ਜਾਂਦੀ ਸੀ ਕਿਉਂਕਿ ਅੱਛੇ ਬਣਦੇ ਸੀ ਆਪਸੀ ਰਿਲੇਸ਼ਨ। ਲੇਕਿਨ ਅਨਫੋਰਚੂਨੇਟਲੀ ਹੁਣ ਜਿੱਥੇ ਵੀ ਨਾਨ ਸੈਂਟਰ ਗਵਰਨਮੈਂਟਸ ਨੇ ਸਟੇਟ ਦੇ ਵਿੱਚ, ਉੱਥੇ ਹੀ ਇਹ ਪੰਗੇ ਕਿਉਂ ਖੜੇ ਹੁੰਦੇ ਨੇ, ਇਹ ਸੋਚਣ ਵਾਲੀ ਗੱਲ ਹੈ। ਜਿੱਥੇ ਕਿਤੇ ਤਾਂ ਸੈਂਟਰ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਇੱਕੋ ਪਾਰਟੀ ਦੀਆਂ ਨੇ, ਉੱਥੇ ਕੋਈ ਪੰਗਾ ਨਹੀਂ ਖੜਾ ਹੋ ਰਿਹਾ। ਲੇਕਿਨ ਜਿੱਥੇ ਕਿਤੇ ਸੈਂਟਰ ਗਵਰਨਮੈਂਟ ਪਾਰਟੀ ਵੱਖਰੀ ਹੈ ਤੇ ਸਟੇਟ ਗਵਰਨਮੈਂਟ ਦੀ, ਜਿੱਦਾਂ ਆਪਣੇ ਪੰਜਾਬ 'ਚ ਆਪ ਦੀ ਹੈ ਜਾਂ ਉਧਰ ਸਾਊਥ ਦੇ ਵਿੱਚ ਸਟੇਟਮੈਂਟ ਹੈ, ਵੈਸਟ ਬੰਗਾਲ ਦੀ ਹੈ, ਤੇ ਉੱਥੇ ਕਿਉਂ ਗਵਰਨਰ ਇਹੋ ਜਿਹੇ ਪੰਗੇ ਖੜੇ ਕਰਦੇ ਨੇ, ਇਹ ਬੜੀ ਸੋਚਣ ਵਾਲੀ ਗੱਲ ਹੈ। ਇਹ ਫੈਡਰਲਿਜ਼ਮ ਦੇ ਲਈ ਵੀ ਚੰਗਾ ਨਹੀਂ ਹੈ। ਭਾਰਤ ਦੇ ਅਦਰਵਾਈਜ਼ ਕਨਸਟੀਟਿਊਸ਼ਨ ਦੀ ਜੋ ਟਰੂ ਸਪਿਰਿਟ ਹੈ ਔਰ ਉਹਦੇ ਵਿੱਚ ਜੋ ਡਿਮਾਰਕੇਸ਼ਨ ਹੈ, ਇਸ ਗਵਰਨਰ ਇਜ਼ ਅ ਕਨਸਟੀਟਿਊਸ਼ਨ ਹੈਡ, ਹੀ ਇਜ਼ ਟੂ ਐਕਟ ਔਨ ਦਾ advise and to aid the central government। ਇਹ ਕਨਸਟੀਟਿਊਸ਼ਨ ਦੇ ਪ੍ਰੋਵੀਜ਼ਨ 'ਚ ਲਿਖਿਆ ਹੈ। ਕੋਈ ਕਾਨੂੰਨ ਪਾਸ ਕੀਤਾ ਜਾਂਦਾ ਹੈ, ਇੱਕ ਵਾਰੀ ਤਾਂ ਗਵਰਨਰ ਬੈਕ ਰੈਫਰ ਕਰ ਸਕਦਾ ਜੋ ਬਿੱਲ ਪਾਸ ਕਰਕੇ ਭੇਜਿਆ ਜਾਂਦਾ। ਜੇ ਦੂਸਰੀ ਵਾਰੀ ਸੇਮ ਬਿੱਲ ਭੇਜ ਦਿੱਤਾ ਜਾਵੇ, ਗਵਰਨਰ ਕੈਨ ਨਾਟ ਰਿਫਿਊਜ਼, ਹੀ ਹੈਜ਼ ਟੂ ਸਾਈਨ ਇਟ। ਇਟ ਇਜ਼ ਟੋਟਲੀ ਅਨਐਥੀਕਲ ਕਿ ਕੋਈ ਫਾਈਲ ਗਵਰਨਰ 1-2 ਮਹੀਨੇ ਜਾਂ ਰਾਦਰ ਦਾ ਡੇਜ਼, ਹਫ਼ਤੇ 5 ਦਿਨ ਤੋਂ ਵੱਧ ਰੱਖੇ ਆਪਣੇ ਕੋਲ। ਪਰ ਇਹ ਕਿਉਂ ਵਾਪਰੇ ਹੈ, ਇਹਦੇ ਤੇ ਸਾਨੂੰ ਬਹੁਤ ਚਿੰਤਨ ਕਰਨ ਦੀ ਲੋੜ ਹੈ। ਜਿਹੜੇ ਵੀ ਕਨਸਟੀਟਿਊਸ਼ਨਲ ਦੇ ਕਹਿ ਲਓ ਵੀ ਜਾਣਕਾਰ ਨੇ, ਐਕਸਪਰਟ ਨੇ, ਡੈਮੋਕ੍ਰੈਟਿਕ ਵੈਲਿਊਜ਼ ਦੀ ਕਦਰ ਪਾਉਂਦੇ ਨੇ, ਉਹਨਾਂ ਸਭ ਨੂੰ ਇਹ ਚਿੰਤਾ ਦੀ ਲੋੜ ਹੈ। ਔਰ ਇਹ ਸਾਨੂੰ ਦੇਖਣਾ ਚਾਹੀਦਾ ਹੈ ਕਿ ਬਾਕੀ ਕਰੀ ਜਾਓ ਪੋਲਿਟਿਕਸ ਜਾਂ ਜਿਹੜੀ ਤੁਸੀਂ ਕਰਨੀ ਹੈ, ਪਰ ਘੱਟੋ ਘੱਟ ਇੱਕ ਸਿੱਖਿਆ ਤਾਂ ਬਖਸ਼ ਦਿਓ। ਸਿੱਖਿਆ ਤਾਂ ਇੱਕ ਇੰਨਾ ਪਵਿੱਤਰ ਹੈ, ਜਿੱਥੇ ਬੱਚਿਆਂ ਦਾ ਭਵਿੱਖ ਹੈ, ਜਿੱਥੇ ਕਨਸਟੀਟਿਊਸ਼ਨ ਦਾ ਭਵਿੱਖ ਹੈ। ਆਪਾਂ ਨੂੰ ਪਤਾ ਹੀ ਹੈ, ਬੜੇ ਕਿਸੇ ਨੇ ਸਾਫ਼ ਕਿਹਾ, ਕਹਿੰਦਾ ਕਿਸੇ ਸਟੇਟ ਨੂੰ, ਕਿਸੇ ਰਾਜ ਨੂੰ, ਕਿਸੇ ਗੌਰਮੈਂਟ ਨੂੰ ਕਹਿੰਦਾ ਤੋਪਾਂ ਨਾਲ ਮਾਰਨ ਦੀ ਲੋੜ ਨਹੀਂ ਹੈਗੀ। ਉੱਥੇ ਦਾ ਐਜੂਕੇਸ਼ਨ ਸਿਸਟਮ ਖਤਮ ਕਰ ਦਿਓ, ਤਾਂ ਕਹਿੰਦਾ ਆਪਣੇ ਆਪ ਕੌਮ ਮਰ ਜਾਏਗੀ, ਆਪਣੇ ਆਪ ਉਹ ਸਟੇਟ ਖਤਮ ਹੋ ਜਾਏਗੀ। ਤੁਸੀਂ ਦੇਖੋ, ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਕਾਇਦੇ ਨੂਰ ਆਪਣਾ ਬਣਾਇਆ, ਉਸ ਦੇ ਵਿੱਚ ਉਹਨੇ 90% ਦੇ ਕਰੀਬ ਲਿਟਰੇਸੀ ਰੇਟ ਪੈਦਾ ਕਰਤਾ। ਜਦੋਂ ਆਪਣੇ ਆਏ ਗੋਰਿਆਂ ਨੇ ਰਾਜ ਕੀਤਾ, ਤਾਂ ਸਭ ਤੋਂ ਪਹਿਲਾ ਸਟੈਪ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਕਾਇਦੇ ਨੂਰ 5000 ਉਦੋਂ ਤੱਕ ਡਿਸਟਰੀਬਿਊਟ ਹੋਏ ਸੀ, 5000 ਕਾਇਦੇ ਨੂਰ ਨੂੰ 5-5 ਆਨੇ 'ਚ ਖਰੀਦ ਕੇ ਸਾਰਾ ਕਾਇਦਾ ਨੂਰ ਖਤਮ ਕਰਤਾ। ਜੀ ਜੀ, ਉਹਦੀ ਇੱਕ ਵੀ ਕਾਪੀ ਅੱਜ ਅਵੇਲੇਬਲ ਨਹੀਂ ਹੈਗੀ। ਸੋ ਕਿਉਂ ਨਹੀਂ? ਕਿਉਂਕਿ ਉਹਨਾਂ ਨੇ ਕਿਹਾ ਸੀ, ਰਿਕਾਰਡ ਤੇ ਚੀਜ਼ ਹੈ ਕਿ ਇਹਦੇ ਐਜੂਕੇਸ਼ਨ ਸਿਸਟਮ ਖਤਮ ਕਰ ਦਿਓ, ਆਪਣੇ ਆਪ ਤੁਸੀਂ ਇਹਨਾਂ ਨੂੰ ਗੁਲਾਮ ਬਣਾ ਕੇ ਰਾਜ ਕਰਦੇ ਰਹੋ। ਜਦੋਂ ਇਦਾਂ ਦੇ ਟਕਰਾਅ ਡਾਕਟਰ ਸਾਹਿਬ ਆਉਂਦੇ, ਫਿਰ ਹਾਲਾਤ ਤਾਂ ਉੱਧਰ ਨੂੰ ਹੀ ਵੱਧਦੇ। ਪਰ ਆਪਾਂ ਅਰਦਾਸ ਕਰਾਂਗੇ ਜਿਹੜੀਆਂ ਚੀਜ਼ਾਂ ਤੁਸੀਂ ਦਸੀਆਂ ਜਾਂ ਰੈਕਮੈਂਡੇਸ਼ਨ ਦਿੱਤੀਆਂ, ਪਰਮਾਤਮਾ ਕਰੇ ਉਹ ਸਾਰੇ ਸੁਣਨ ਤੇ ਅੱਗੇ ਵਧਣ, ਕਿਉਂਕਿ ਆਹੀ ਚੀਜ਼ ਸਭ ਤੋਂ ਵੱਡੀ ਹੁੰਦੀ ਹੈ। ਹਰੇਕ ਪੇਰੈਂਟਸ ਦਾ ਇਹ ਹੁੰਦਾ ਕਿ ਬੱਚਾ ਮੇਰਾ ਆਲ ਦ ਵੇ ਹਾਇਰ ਐਜੂਕੇਸ਼ਨ ਲੈ ਕੇ ਤੇ ਆਪਦੇ ਕਰੀਅਰ ਦੇ ਆਪਦੇ ਲਾਈਫ ਦੇ ਵਿੱਚ ਅੱਗੇ ਵਧੇ। ਨਾਓ ਡਾਕਟਰ ਸਾਹਿਬ, ਕੁਐਸਚਨ ਹੋਰ ਬਹੁਤ ਸੀ ਮੇਰੇ ਦਿਮਾਗ 'ਚ, ਵੀ ਟਿੱਪਣੀ ਵੀ ਆਈ ਸੀ JNU ਨੂੰ ਲੈ ਕੇ ਕਿ ਉਹਦਾ ਕੰਟਰੋਲ ਜਾਂ ਕਿੱਦਾਂ ਫਿਰ ਵਕਤ ਇਜਾਜ਼ਤ ਨਹੀਂ ਦੇ ਰਿਹਾ। ਔਰ ਇੱਕ ਜਬਲਪੁਰ ਵਾਲੀ ਵੀ ਆਈ ਸੀ, ਲੋਕ ਪੁੱਛਣਾ ਚਾਹੁੰਦੇ ਆ ਤੁਹਾਨੂੰ, ਫਿਰ ਕਿਸੇ ਦਿਨ ਇਸੇ ਮੰਚ 'ਤੇ ਲੈ ਕੇ ਆਊਂਗਾ। ਅੱਜ ਤੁਸੀਂ ਟਾਈਮ ਕੱਢਿਆ, ਇੰਨੀ ਵੱਡੀ ਸਾਰੀ ਜਾਣਕਾਰੀ ਸਾਨੂੰ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਰ। ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮਚ। ਦਰਸ਼ਕੋ, ਇਹ ਸਨ ਡਾਕਟਰ ਦਲਜੀਤ ਸਿੰਘ, ਜਿਹੜੇ ਕਿ ਵਾਈਸ ਚਾਂਸਲਰ ਰਾਤ ਬਹਾਰਾ ਯੂਨੀਵਰਸਿਟੀ ਮੋਹਾਲੀ ਵਿੱਚ ਰਹਿ ਚੁੱਕੇ ਨੇ। ਉਸ ਤੋਂ ਬਾਅਦ ਕਾਨੂੰਨੀ ਮਾਹਰ ਨੇ, ਕਾਨੂੰਨ ਪੜ੍ਹਾਉਂਦੇ ਵੀ ਰਹੇ ਪੰਜਾਬੀ ਯੂਨੀਵਰਸਿਟੀ ਪਟਿਆਲਾ, ਅਤੇ ਜਿਹੜਾ ਜਲੰਧਰ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਕੈਂਪਸ ਹੈ ਉਹਦੇ ਵਿੱਚ ਵੀ ਜਿਹੜਾ VCਆਂ ਦਾ, ਜਿਹੜਾ ਵਾਈਸ ਚਾਂਸਲਰਾਂ ਦਾ ਰੌਲਾ ਸੀਗਾ, ਕਿੱਦਾਂ ਅਪਾਇੰਟਮੈਂਟਸ ਹੁੰਦੀਆਂ, ਅੱਡ ਅੱਡ ਯੂਨੀਵਰਸਿਟੀਆਂ ਦੇ ਅੱਡ ਅੱਡ ਐਕਟ ਹੁੰਦੇ, ਉਹ ਸਾਰੇ ਉਹਨਾਂ ਨੇ ਸਮਝਾਏ। ਵਕਤ ਇਜਾਜ਼ਤ ਨਹੀਂ ਦੇ ਰਿਹਾ, ਜੀਤ ਕਰਦਾ ਸੀ ਉਹਨਾਂ ਨੂੰ ਹੋਰ ਆਪਾਂ ਲੈ ਕੇ ਚੱਲੀਏ, ਪੰਜਾਬ ਤੋਂ ਬਾਹਰ JNU ਤੱਕ ਲੈ ਕੇ ਚੱਲੀਏ, ਉਸ ਤੋਂ ਬਾਅਦ ਗਾਂਹ ਲੈ ਕੇ ਚੱਲੀਏ, ਪਰ ਵਕਤ ਇਜਾਜ਼ਤ ਨਹੀਂ। ਇਹਨਾਂ ਨੂੰ ਐਸੇ ਮੰਚ 'ਤੇ ਤੁਹਾਡੇ ਰੂਬਰੂ ਕਰਾਂਗੇ ਬਹੁਤ ਛੇਤੀ। ਅੱਜ ਦਾ ਪ੍ਰੋਗਰਾਮ ਮੈਨੂੰ ਲੱਗਦਾ ਤੁਹਾਨੂੰ ਚੰਗਾ ਲੱਗਿਆ ਹੋਊਗਾ, ਟਿੱਪਣੀ ਜ਼ਰੂਰ ਕਰਿਓ। ਮੈਨੂੰ ਗੁਰਲਾਲ ਨੂੰ ਦਿਓ ਇਜਾਜ਼ਤ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।